ਆਜ਼ਾਦੀ ਦੀ ਲੜਾਈ ਦਾ ਅਗਲੇਰਾ ਪੜਾਅ ਕੀ ਹੋਵੇ? ਦੋ ਤਰ੍ਹਾਂ ਦੀ ਲਹਿਰ ਦੀ ਆਉਣ ਵਾਲੇ ਸਮੇਂ ਵਿੱਚ ਪੂਰੀ ਸੰਭਾਵਨਾ ਹੈ। ਇੱਕ ਚੋਣਵੇਂ ਖਾੜਕੂਵਾਦ ਜਾਣੀ ਕਿ ਸਿਲੈਕਟਿਵ ਮਿਲੀਟੈਂਸੀ ਦਾ ਪੜਾਅ ਹੈ। ਪੰਜਾਬ ਤੋਂ ਬਾਹਰ ਜਾਂ ਹੋਰ ਕਿਸੇ ਦੇਸ਼ ਤੋਂ ਕਦੇ-ਕਦਾਈ ਧਿਆਨ ਖਿੱਚੂ ਕਾਰਵਾਈਆਂ ਕਰਕੇ ਖਾੜਕੂ ਲੰਮਾ ਚਿਰ ਆਪਣੀ ਹੋਂਦ ਦਿਖਾਉਂਦੇ ਰਹਿ ਸਕਦੇ ਨੇ। ਦੂਜਾ ਪੜਾਅ ਜਨਤਕ ਜੱਦੋ-ਜਹਿਦ ਹੈ। ਜੂਨ 1984 ਤੋਂ ਹੁਣ ਤੱਕ ਹੋਈਆਂ ਘਟਨਾਵਾਂ ਅਤੇ ਭਾਰਤੀ ਰਾਜ ਮਸ਼ੀਨਰੀ ਤੇ ਭਾਰਤੀ ਕੌਮ ਦੇ ਦਬਾਅ ਤੇ ਬਦਲਾਖੋਰ ਰਵੱਈਏ ਤੋਂ ਪ੍ਰਭਾਵਿਤ ਸਿਆਸੀ ਸਿੱਖ ਜਨਤਾ ਆਪਣੇ ਵਿੱਤ ਮੁਤਾਬਕ ਸਰਗਰਮ ਹੋਵੇਗੀ। ਇਨ੍ਹਾਂ ਵਿੱਚ ਉਹ ਤੱਤ ਮੁੱਖ ਭੂਮਿਕਾ ਅਦਾ ਕਰ ਸਕਦੇ ਨੇ ਜੋ ਪਿਛਲੇ ਸਮੇਂ ਵਿੱਚ ਆਜ਼ਾਦੀ ਲਈ ਆਪਣੇ ਢੰਗ ਨਾਲ ਲੜਨਾ ਚਾਹੁੰਦੇ ਸਨ, ਪਰ ਖਾੜਕੂ ਪ੍ਰਭਾਵਿਤ ਮਾਹੌਲ ਵਿੱਚ ਦੋਮ ਦਰਜੇ ਤੇ ਚੱਲਦੇ ਰਹੇ ਸੀ। ਉਹ ਤੱਤ ਵੀ ਆਉਣਗੇ ਜੋ ਖਾੜਕੂ ਲਹਿਰ ਦੇ ਸਮਰਥਕ ਸਨ, ਪਰ ਬਾਅਦ ਵਿੱਚ ਇਸ ਦੇ ਨੁਕਸਾਂ ਤੋਂ ਤੰਗ ਆ ਕੇ ਘਰ ਬੈਠ ਗਏ ਸਨ। ਖਾੜਕੂ ਲਹਿਰ ਦੇ ਮੱਠਾ ਪੈ ਜਾਣ ਕਾਰਨ ਸ਼ੁਰੂ ਵਿੱਚ ਇਹਨਾਂ ਲੋਕਾਂ ਦੀ ਪੁੱਛ ਪੜਤਾਲ ਵੀ ਘੱਟ ਹੀ ਹੋਵੇਗੀ, ਕਿਉਂਕਿ ਪਿਛਲੇ ਸਮੇਂ ਅੰਦਰ ਇਹਨਾਂ ਦੀ ਪਛਾਣ ਵੀ ਖਾੜਕੂਆਂ ਨਾਲ ਹੀ ਕੀਤੀ ਜਾਂਦੀ ਸੀ। ਇੱਕ ਮੁਸ਼ਕਿਲ ਇਸ ਧੜੇ ਨੂੰ ਇਹ ਵੀ ਆਵੇਗੀ ਕਿ ਬਹੁਤ ਸਾਰੇ ਖਾੜਕੂ ਸਮਰਥਕ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੀਡਰ ਪਿਛਲੇ ਸਮੇਂ ਵਿੱਚ ਲੁੱਟਾਂ ਖੋਹਾਂ ਤੇ ਧਨ ਇਕੱਠਾ ਕਰਨ ਦੇ ਕੰਮ ਵਿੱਚ ਨੀਵੇਂ ਪੱਧਰ ਤੇ ਜੁਟੇ ਰਹੇ ਸਨ, ਅਤੇ ਉਹਨਾਂ ਵਿੱਚੋਂ ਕੁਝ ਅਜਿਹੇ ਨੇ ਜਿਨ੍ਹਾਂ ਦੀ ਮਿਹਰਬਾਨੀ ਸਦਕਾ ਖਾੜਕੂ ਲਹਿਰ ਵਿੱਚ ਨਿਘਾਰ ਆਇਆ ਸੀ। ਇਹਨਾਂ ਲੋਕਾਂ ਤੋਂ ਸਪਸ਼ਟ ਨਿਖੇੜਾ ਕਰਨਾ ਵੀ ਇੱਕ ਮੁਸ਼ਕਲ ਕੰਮ ਬਣੇਗਾ। ਆਜ਼ਾਦੀ ਦੀ ਲੜਾਈ ਦਾ ਅਗਲੇਰਾ ਪੜਾਅ ਜਨਤਕ ਜਮਹੂਰੀ ਮੋਰਚੇ ਦਾ ਹੋਣਾ ਚਾਹੀਦਾ ਹੈ, ਪਰ ਜੇਕਰ ਇਹ ਉਸਰ ਨਾ ਸਕਿਆ ਤਾਂ ਕੁਦਰਤੀ ਤੌਰ ਤੇ ਚੋਣਵਾਂ ਖਾੜਕੂਵਾਦ ਇਸ ਦੀ ਜਗ੍ਹਾ ਲੈ ਲਵੇਗਾ, ਅਤੇ ਇਹ ਦੌਰ ਮਾਨਵਤਾ ਲਈ ਇੱਕ ਲੰਮਾ ਕਸ਼ਟ ਵੀ ਪੈਦਾ ਕਰ ਸਕਦਾ ਹੈ ਤੇ ਅਸਲ ਮੁੱਦੇ ਨੂੰ ਲਮਕਾਵੇਗਾ ਵੀ। ਇੱਕ ਗੱਲ ਸਪਸ਼ਟ ਰਹਿਣੀ ਚਾਹੀਦੀ ਹੈ ਕਿ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਦੇ ਮੁਕਾਬਲੇ ਤੇ ਭਾਰਤੀ ਹਕੂਮਤ ਰਵਾਇਤੀ ਅਕਾਲੀ ਲੀਡਰਾਂ ਨੂੰ ਜ਼ਰੂਰ ਵਰਤੋਂ ਵਿੱਚ ਲਿਆਉਂਦੀ ਰਹੇਗੀ। ਇਸ ਲਈ ਜਦੋਂ ਵੀ ਆਜ਼ਾਦੀ ਪਸੰਦ ਕਮਜ਼ੋਰ ਹੋਇਆ ਕਰਨਗੇ, ਰਵਾਇਤੀ ਅਕਾਲੀ ਆਗੂਆਂ ਦੀ ਚੜ੍ਹਤ ਹੋਇਆ ਹੀ ਕਰੇਗੀ। ਪਰ ਸਾਨੂੰ ਇਹਨਾਂ ਆਗੂਆਂ ਦੀ ਜ਼ਾਤੀ ਨਿੰਦਾ ਕਰਕੇ ਇਹਨਾਂ ਨੂੰ ਖਦੇੜਨ ਦੇ ਪੈਂਤੜੇ ਤੇ ਹੀ ਚੱਲਦਿਆਂ ਨਹੀਂ ਰਹਿਣਾ ਚਾਹੀਦਾ, ਬਲਕਿ ਉਹਨਾਂ ਨੂੰ ਕੌਮ ਦੇ ਸਾਹਮਣੇ ਇਮਤਿਹਾਨ ਵਿੱਚ ਪੈਂਦੇ ਰਹਿਣ ਦਾ ਮਾਹੌਲ ਬਣਾਈ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਕੌਮੀ ਵਿਰੋਧਤਾਈ ਨੂੰ ਤਿੱਖਿਆਂ ਕਰਦੇ ਰਹੇ ਤਾਂ ਰਵਾਇਤੀ ਅਕਾਲੀ ਲੀਡਰਸ਼ਿਪ ਜਾਂ ਤਾਂ ਆਪਣੀ ਸੁਰ ਬਦਲੇਗੀ ਜਾਂ ਘਰ ਬੈਠ ਸਕਦੀ ਹੈ। ਅੱਜ ਰਵਾਇਤੀ ਲੀਡਰਾਂ ਦੀ ਚੜ੍ਹਤ ਦੇ ਦਿਨ ਨੇ। ਬਿਨਾਂ ਸ਼ੱਕ ਲੋਕ ਖਾੜਕੂ ਲਹਿਰ ਤੋਂ ਕੁਝ ਚਿਰ ਲਈ ਖਹਿੜਾ ਛੁਡਾਉਣਾ ਚਾਹੁੰਦੇ ਨੇ। ਉਹ ਖਾੜਕੂ ਤੇ ਆਜ਼ਾਦੀ ਇੱਕੋ ਸਿੱਕੇ ਦੇ ਦੋ ਪਾਸੇ ਸਮਝਦੇ ਨੇ। ਜੇਕਰ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਉਹ ਸਾਨੂੰ ਖਾੜਕੂ ਸਮਝ ਕੇ ਤਰਪਕਦੇ ਨੇ। ਇਹ ਇੱਕ ਕੁਦਰਤੀ ਵਰਤਾਰਾ ਹੈ, ਕਿਉਂਕਿ ਸਿਰਫ ਤੇ ਸਿਰਫ ਖਾੜਕੂਆਂ ਨੇ ਹੀ ਆਜ਼ਾਦੀ ਦੀ ਲੜਾਈ ਲੜੀ ਹੈ। ਜਮਹੂਰੀ ਸੁਭਾਅ ਵਾਲੇ ਲੋਕਾਂ ਨੇ ਆਜ਼ਾਦੀ ਦੀਆਂ ਗੱਲਾਂ ਭਾਵੇਂ ਕੀਤੀਆਂ ਹੋਣ, ਪਰ ਆਜ਼ਾਦੀ ਲਈ ਕੀਤਾ ਕੁਝ ਨਹੀਂ। ਸਾਨੂੰ ਆਜ਼ਾਦੀ ਦੀ ਲੜਾਈ ਦਾ ਇੱਕ ਜਮਹੂਰੀ ਮਾਡਲ ਪੇਸ਼ ਕਰਨਾ ਹੋਵੇਗਾ, ਜਿਸ ਤੋਂ ਲੋਕਾਂ ਨੂੰ ਇਹ ਵਖਰੇਵਾਂ ਸਪਸ਼ਟ ਹੋ ਸਕੇ ਕਿ ਪਿਛਲੀਆਂ ਗਲਤੀਆਂ ਦੁਹਰਾਈਆਂ ਨਹੀਂ ਜਾਣਗੀਆਂ। ਇਸ ਵਾਸਤੇ ਧੀਰਜ ਨਾਲ ਇਸ ਜੱਦੋ-ਜਹਿਦ ਨੂੰ ਮੁੱਢੋਂ ਸੁੱਢੋਂ ਸ਼ੁਰੂ ਕਰਨਾ ਹੋਵੇਗਾ। ਇਸ ਪੜਾਅ ਵਿੱਚ ਆਪੂ ਬਣੇ ਕੌਮੀ ਲੀਡਰ ਜ਼ਰੂਰ ਨਿਰਾਸ਼ਤਾ ਦਾ ਸ਼ਿਕਾਰ ਹੋਣਗੇ। ਉਹ ਇਮਾਨਦਾਰ ਹੁੰਦਿਆਂ ਹੋਇਆਂ ਵੀ ਕੌਮੀ ਰਾਜਨੀਤੀ ਵਿੱਚ ਆਪਣਾ ਦਰਜਾ ਘਟਦਾ ਬਰਦਾਸ਼ਤ ਨਹੀਂ ਕਰਨਗੇ। ਇਸ ਕਾਰਨ ਇਸ ਖਾੜਕੂ ਧਿਰ ਨੂੰ ਹੋਰ ਨੁਕਸਾਨ ਹੋਏਗਾ। ਖਾੜਕੂ ਲਹਿਰ ਦੀ ਨੁਕਤਾਚੀਨੀ ਦਾ ਲੋਕ ਗੁੱਸਾ ਸਾਨੂੰ ਸਬਰ ਨਾਲ ਬਰਦਾਸ਼ਤ ਕਰਨਾ ਪਵੇਗਾ, ਚਾਹੇ ਅਸੀਂ ਇਸ ਵਿੱਚ ਕਸੂਰਵਾਰ ਨਾ ਵੀ ਰਹੇ ਹੋਈਏ। ਇਹ ਹਰੇਕ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਹੈ। ਇਸ ਕਾਰਨ ਕਈ ਲੋਕ ਕੌਮੀ ਕਿਰਦਾਰ ਨੂੰ ਗਾਲ ਮੰਦਾ ਕਰਕੇ ਸੰਨਿਆਸ ਵੀ ਲੈ ਲੈਣਗੇ। ਇੱਕ ਸਭ ਤੋਂ ਜ਼ਿਆਦਾ ਖਿਆਲ ਰੱਖਣ ਵਾਲੀ ਗੱਲ ਹੋਵੇਗੀ ਕਿ ਭਾਰਤੀ ਹਕੂਮਤ ਸਾਨੂੰ ਫਿਰ ਕੱਚਘਰੜ ਹਾਲਤ ਵਿੱਚ ਹੀ ਉਤੇਜਿਤ ਕਰਕੇ ਮਾਰਕੇਬਾਜ਼ੀ ਵੱਲ ਖਿੱਚੇਗੀ। ਸਾਡੇ ਵਿੱਚ ਪੈਦਾ ਕੀਤੀ ਭੜਕਾਹਟ ਉਸ ਦੇ ਹੱਕ ਵਿੱਚ ਹੈ, ਪਰ ਧੀਰਜ ਤੇ ਸਬਰ ਸਾਡੀ ਲੋੜ ਹੈ। ਕਈ ਬਾਹਰੀ ਸ਼ਕਤੀਆਂ ਭਾਵ ਪੱਛਮੀ ਮੁਲਕਾਂ ਵਿੱਚ ਬੈਠੇ ਖਾਲਿਸਤਾਨ ਦੇ ਸਮਰਥਕ ਵੀ ਆਪਣੇ ਫਾਰਮੂਲੇ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ।
ਇਸ ਕਰਕੇ ਇਸ ਪਲੇਟਫਾਰਮ ਦੀ ਲੀਡਰਸ਼ਿਪ ਹਲੀਮੀ, ਦੂਰਦ੍ਰਿਸ਼ਟੀ ਤੇ ਪੱਕੇ ਇਰਾਦੇ ਦੀ ਧਾਰਨੀ ਹੋਣ ਦੀ ਲੋੜ ਹੈ। ਕਿੱਥੋਂ ਸ਼ੁਰੂ ਕਰੀਏ? ਸਭ ਤੋਂ ਪਹਿਲਾਂ ਸਾਨੂੰ ਸਿੱਖਾਂ ਅੰਦਰ ਕੌਮੀ ਭਾਵਨਾ ਮਜ਼ਬੂਤ ਕਰਨ ਲਈ ਸਰਗਰਮ ਹੋਣਾ ਪਵੇਗਾ। ਸਿਰਫ ਧਾਰਮਿਕ ਭਾਵਨਾ ਮੁਲਕ ਪੈਦਾ ਨਹੀਂ ਕਰਦੀ। ਕੌਮ ਉਸ ਜਨ ਸਮੂਹ ਦਾ ਨਾਂ ਹੁੰਦਾ ਹੈ ਜੋ ਰਾਜਨੀਤਿਕ ਤੌਰ ਤੇ ਇਕਜੁੱਟ ਇਕਾਈ ਦਾ ਰੂਪ ਰੱਖਦੇ ਨੇ ਤੇ ਇੱਕ ਖਾਸ ਖਿੱਤੇ ਅੰਦਰ ਆਪਣਾ ਰਾਜ ਪ੍ਰਬੰਧ ਸਥਾਪਿਤ ਕਰਕੇ ਸਮਾਜਿਕ ਵਿਕਾਸ ਚਾਹੁੰਦੇ ਨੇ। ਆਮ ਧਰਮਾਂ ਵਾਂਗ ਸਿੱਖ ਵੀ ਇੱਕ ਧਰਮ ਹੁੰਦਿਆਂ ਲੋਕਾਂ ਨੂੰ ਇੱਕ ਵਿਸ਼ੇਸ਼ ਜੀਵਨ ਜਾਚ ਦੱਸਦਾ ਹੈ, ਪਰ ਜਦੋਂ ਇਹ ਇੱਕ ਕੌਮ ਦਾ ਰੂਪ ਧਾਰਨ ਕਰਦਾ ਹੈ ਤਾਂ ਇਹ ਇੱਕ ਵਿਸ਼ੇਸ਼ ਰਾਜਨੀਤਿਕ ਲਕਸ਼ ਵੀ ਸਾਹਮਣੇ ਰੱਖਦਾ ਹੈ। ਦੁਨੀਆ ਵਿੱਚ ਕੁਝ ਕੌਮਾਂ ਆਪਣੇ ਕੌਮੀ ਰਾਜ ਸਥਾਪਿਤ ਕਰ ਚੁੱਕੀਆਂ ਨੇ ਤੇ ਕੁਝ ਕੌਮਾਂ ਰਾਜ ਲਈ ਲੜ ਰਹੀਆਂ ਨੇ। ਲੜ ਰਹੀ ਕੌਮ ਆਪਣੇ ਉੱਤੇ ਕਾਬਜ਼ ਕੌਮ ਤੋਂ ਆਜ਼ਾਦੀ ਮੰਗਦੀ ਹੈ ਤੇ ਕਾਬਜ਼ ਕੌਮ ਆਪਣੀ ਸਰਕਾਰ ਰਾਹੀਂ ਉਸ ਕੌਮ ਨੂੰ ਦਬਾਉਂਦੀ ਹੈ। ਲੜ ਰਹੀ ਕੌਮ ਦਾ ਇੱਕਦਮ ਵਾਹ ਵਾਸਤਾ ਸਾਹਮਣੇ ਦਿਖਦੀ ਸਰਕਾਰ ਨਾਲ ਪੈਂਦਾ ਹੈ, ਪਰ ਜਦੋਂ ਲੜਾਈ ਸ਼ੁਰੂ ਹੁੰਦੀ ਹੈ ਤਾਂ ਕਾਬਜ਼ ਕੌਮ ਆਪਣੀ ਸਰਕਾਰ ਦੀ ਪਿੱਠ ਤੇ ਪੂਰੀ ਤਰ੍ਹਾਂ ਖੜ ਜਾਂਦੀ ਹੈ। ਇਸ ਮੌਕੇ ਤੇ ਲੜ ਰਹੀ ਕੌਮ ਦੀ ਵਿਰੋਧਤਾਈ ਸਰਕਾਰ ਰਾਹੀਂ ਦਬਾ ਰਹੀ ਕੌਮ ਨਾਲ ਬਣਦੀ ਹੈ। ਜਿਹੜੀਆਂ ਕੌਮਾਂ ਆਪਣੀ ਲੜਾਈ ਨੂੰ ਸਰਕਾਰੀ ਮਸ਼ੀਨਰੀ ਨਾਲ ਝਗੜੇ ਤੱਕ ਸੀਮਿਤ ਰੱਖਦੀਆਂ ਨੇ, ਦੁਨੀਆ ਦੀਆਂ ਨਜ਼ਰਾਂ ਵਿੱਚ ਉਹ ਅਮਨ ਕਾਨੂੰਨ ਦੇ ਮਸਲੇ ਦੀ ਤਰ੍ਹਾਂ ਵਿਚਾਰੀਆਂ ਜਾਂਦੀਆਂ ਨੇ। ਪਿਛਲੇ ਸਮੇਂ ਵਿੱਚ ਖਾੜਕੂ ਧਿਰਾਂ ਭਾਰਤ ਸਰਕਾਰ ਵਿਰੁੱਧ ਲੜੀਆਂ ਤਾਂ ਪਹਿਲੇ ਦੌਰ ਵਿੱਚ ਸਰਕਾਰ ਨੇ ਫੌਜ ਰਾਹੀਂ ਆਪਰੇਸ਼ਨ ਬਲੂ ਸਟਾਰ ਤੇ ਵੁੱਡਰੋਜ਼ ਰਾਹੀਂ ਸਿੱਖਾਂ ਤੇ ਵਾਰ ਕੀਤਾ। ਇਸ ਦੇ ਬਦਲੇ ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ। ਇਹ ਇੱਕ ਸਿਆਸੀ ਕਤਲ ਸੀ। ਭਾਰਤੀ ਕੌਮ ਦੇ ਸਿਆਸੀ ਕੇਂਦਰ ਉੱਤੇ ਹੋਏ ਹਮਲੇ ਦਾ ਕੌਮੀ ਪੱਧਰ ਤੇ ਜਵਾਬ ਦਿੰਦਿਆਂ ਭਾਰਤੀਆਂ ਨੇ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ। ਇਹ ਇੱਕ ਮੋੜ ਸੀ ਜਦੋਂ ਭਾਰਤੀ ਕੌਮ ਰਾਜ ਮਸ਼ੀਨਰੀ ਦੀ ਪਿੱਠ ਤੇ ਪੂਰੇ ਕੌਮੀ ਜਨੂੰਨ ਨਾਲ ਖੜੀ ਹੋ ਕੇ ਸਿੱਖਾਂ ਵਿਰੁੱਧ ਲੜਨ ਲਈ ਮੈਦਾਨ ਵਿੱਚ ਨਿੱਤਰੀ। ਉਸ ਦਿਨ ਤੋਂ ਅੱਜ ਤੱਕ ਹਰੇਕ ਭਾਰਤੀ ਚੇਤੰਨ ਤੌਰ ਤੇ ਸਿੱਖ ਸੰਘਰਸ਼ ਦੇ ਵਿਰੁੱਧ ਡਟਿਆ ਪਿਆ। ਇਸੇ ਕਰਕੇ तमाम ਕੌਮੀ ਰਾਜਨੀਤਿਕ ਪਾਰਟੀਆਂ ਉਹਨਾਂ ਬਹੁ ਗਿਣਤੀ ਭਾਰਤੀ ਵਰਗ ਦੀਆਂ ਭਾਵਨਾਵਾਂ ਸਾਹਮਣੇ ਗੋਡੇ ਟੇਕ ਕੇ ਸਿੱਖਾਂ ਉੱਤੇ ਹੋਏ ਜ਼ੁਲਮ ਦੀ ਸਿੱਧੀ ਜਾਂ ਅਸਿੱਧੀ ਹਾਮੀ ਭਰ ਰਹੀਆਂ ਨੇ। ਸਿੱਖਾਂ ਵਿਰੁੱਧ ਭਾਰਤੀ ਕੌਮ ਦੀ ਇਕਜੁੱਟਤਾ ਦੇ ਜਵਾਬ ਵਿੱਚ ਸਿੱਖਾਂ ਅੰਦਰ ਕੌਮੀ ਰਾਜਨੀਤਿਕ ਜਾਗਰੂਕਤਾ ਨਹੀਂ ਆ ਸਕੀ। ਇਸ ਦੇ ਦੋ ਕਾਰਨ ਨੇ। ਇੱਕ ਤਾਂ ਖਾੜਕੂਆਂ ਵੱਲੋਂ ਕੌਮੀ ਵਿਰੋਧਤਾਈ ਨੂੰ ਗਲਤ ਤਰੀਕੇ ਨਾਲ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਵੱਲੋਂ ਭਾਰਤੀ ਗਰੀਬਾਂ, ਇੱਥੇ ਜਸਵੰਤ ਸਿੰਘ ਦਾ ਭਾਰਤੀ ਗਰੀਬਾਂ ਤੋਂ ਭਾਵ ਹਿੰਦੂਆਂ ਤੋਂ ਨੂੰ ਗੱਡੀਆਂ ਬੱਸਾਂ ਵਿੱਚ ਮਾਰ ਕੇ ਬਦਲੇ ਦੀ ਕਾਰਵਾਈ ਕੀਤੀ ਗਈ। ਸਿੱਖ ਧਰਮੀ ਲੋਕ ਹੁੰਦੇ ਨੇ, ਇਸ ਕਰਕੇ ਉਹਨਾਂ ਇਸ ਰਸਤੇ ਨੂੰ ਅਪਰਵਾਨ ਕਰਕੇ ਨਿਰਦੋਸ਼ ਭਾਰਤੀਆਂ ਨਾਲ ਹਮਦਰਦੀ ਜਤਾਈ, ਜੋ ਕਿ ਕੁਦਰਤੀ ਵਰਤਾਰਾ ਸੀ। ਦੂਜਾ ਕੰਮ ਸਿੱਖ ਸਿਆਸੀ ਲੀਡਰਸ਼ਿਪ ਦਾ ਸੀ। ਉਹ ਆਪਣਾ ਬਣਦਾ ਫਰਜ਼ ਨਾ ਨਿਭਾ ਸਕੇ। ਦਿੱਲੀ ਵਿੱਚ ਸਿੱਖਾਂ ਦੇ ਕੀਤੇ ਕਤਲੇਆਮ ਦੀ ਭਾਵੇਂ ਕਈ ਭਾਰਤੀ ਰਾਜਨੀਤੀਵਾਨਾਂ ਨੇ ਦੱਬਵੀਂ ਆਲੋਚਨਾ ਕੀਤੀ ਸੀ, ਪਰ ਉਹਨਾਂ ਸਿੱਖਾਂ ਨੂੰ ਗੁਲਾਮ ਰੱਖਣ ਦੀ ਕੌਮੀ ਭਾਰਤੀ ਭਾਵਨਾ ਨੂੰ ਕਦੇ ਵੀ ਕਮਜ਼ੋਰ ਨਹੀਂ ਸੀ ਹੋਣ ਦਿੱਤਾ। ਪਰ ਸਿੱਖ ਸਿਆਸਤਦਾਨਾਂ ਨੇ ਖਾੜਕੂਆਂ ਵੱਲੋਂ ਕੀਤੇ ਗਲਤ ਢੰਗ ਦੇ ਵਾਰ ਦੀ ਆਲੋਚਨਾ ਕਰਦਿਆਂ ਸਿੱਖਾਂ ਦੇ ਗੁਲਾਮ ਰੁਤਬੇ ਦੀ ਲਗਾਤਾਰ ਪ੍ਰੋੜਤਾ ਕੀਤੀ ਤੇ ਸਿੱਖ ਮਾਨਸਿਕਤਾ ਅੰਦਰ ਇਹ ਗੱਲ ਜ਼ੋਰ ਨਾਲ ਭਰਨ ਦੀ ਕੋਸ਼ਿਸ਼ ਕੀਤੀ ਕਿ ਸਾਡਾ ਭਾਰਤੀ ਲੋਕਾਂ ਨਾਲ ਕੋਈ ਝਗੜਾ ਹੀ ਨਹੀਂ ਹੈ, ਐਵੇਂ ਪ੍ਰਬੰਧਕਾਂ ਨਾਲ ਮਾੜੀ ਮੋਟੀ ਨਾਰਾਜ਼ਗੀ ਹੈ। ਇਸ ਤਰ੍ਹਾਂ ਦੋਵੇਂ ਧਿਰਾਂ ਕੌਮੀ ਚੇਤਨਤਾ ਪੈਦਾ ਕਰਨ ਵਿੱਚ ਨੁਕਸਾਨਦਾਰ ਪਹੁੰਚ ਅਖਤਿਆਰ ਕਰ ਗਈਆਂ। ਚਾਹੀਦਾ ਤਾਂ ਇਹ ਸੀ ਕਿ ਜਮਹੂਰੀ ਢੰਗ ਨਾਲ ਹਰੇਕ ਭਾਰਤੀ ਤੇ ਸਵਾਲ ਕੀਤਾ ਜਾਂਦਾ ਕਿ ਉਹ ਸਾਨੂੰ ਗੁਲਾਮ ਬਣਾਈ ਰੱਖਣ ਲਈ ਇਸ ਅਸੱਭਿਆ ਤਰੀਕੇ ਨਾਲ ਕੀ ਦਿਲੋਂ ਸਹਿਮਤ ਨੇ, ਅਤੇ ਜੇਕਰ ਸਹਿਮਤ ਨੇ ਤਾਂ ਸਾਡੀ ਕੌਮ ਤੋਂ ਤੁਸੀਂ ਕਿਹੋ ਜਿਹੇ ਸਬੰਧਾਂ ਦੀ ਆਸ ਰੱਖਦੇ ਹੋ। ਅੱਜ ਉਸ ਘਾਟ ਨੂੰ ਪੂਰੀਆਂ ਕਰਨ ਲਈ ਸਾਨੂੰ ਜ਼ਿਆਦਾ ਜ਼ੋਰ ਨਾਲ ਕੰਮ ਕਰਨਾ ਪਵੇਗਾ। ਅੱਜ ਭਾਰਤੀ ਲੋਕ ਦੂਜੀਆਂ ਘੱਟ ਗਿਣਤੀ ਕੌਮਾਂ ਨੂੰ ਦਿੱਤੀਆਂ ਕੁਝ ਰਿਆਇਤਾਂ ਵੀ ਵਾਪਸ ਲੈਣ ਲਈ ਉਤਾਰੂ ਨੇ। ਇਸ ਲਈ ਉਹ ਬੀਜੇਪੀ ਨੂੰ ਭਾਰਤ ਦੀ ਵਾਗਡੋਰ ਦੇਣ ਲਈ ਵੀ ਸੋਚ ਰਹੇ ਨੇ। ਬਾਬਰੀ ਮਸਜਿਦ ਢਹਿਣ ਨਾਲ ਇਸ ਖਿੱਤੇ ਅੰਦਰਲੇ ਮੁਸਲਮਾਨ ਇੱਕ ਧਾਰਮਿਕ ਇਕਾਈ ਦੀ ਥਾਂ
ਕੌਮੀ ਇਕਾਈ ਦਾ ਰੂਪ ਧਾਰਨ ਕਰਨ ਜਾ ਰਹੇ ਨੇ। ਜੇਕਰ ਲਾਲ ਕਿਲੇ ਉੱਤੇ ਭਗਵਾਂ ਝੰਡਾ ਲਹਿਰਾਉਣ ਵਿੱਚ ਬੀਜੇਪੀ ਕਾਮਯਾਬ ਹੋ ਜਾਂਦੀ ਹੈ ਤਾਂ ਈਸਾਈ ਲੋਕ ਵੀ ਕੌਮੀ ਰਾਜਨੀਤਿਕ ਇਕਾਈ ਦਾ ਰੂਪ ਧਾਰਨ ਕਰ ਜਾਣਗੇ। ਇਸ ਤਰ੍ਹਾਂ ਅਸਲ ਵਿਰੋਧਤਾ ਹੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗੀ। ਸੋ ਸਾਨੂੰ ਸਿਰਫ ਅਮਨ ਕਾਨੂੰਨ ਦੀ ਸਮੱਸਿਆ ਖੜੀ ਕਰਦੇ ਰਹਿਣ ਦੀ ਥਾਂ ਅਸਲ ਸਮਾਜਿਕ ਸਮੱਸਿਆ ਨੂੰ ਹੱਥ ਪਾਉਣਾ ਪਵੇਗਾ ਅਤੇ ਸਿੱਖ ਕੌਮ ਤੇ ਭਾਰਤੀ ਕੌਮ ਦੀ ਵਿਰੋਧਤਾਈ ਦੀ ਹੇਠਾਂ ਤੱਕ ਵਿਆਖਿਆ ਕਰਨੀ ਪਵੇਗੀ। ਸਾਡੀ ਲੜਾਈ ਕਿਸੇ ਫੌਜ ਜਾਂ ਪੁਲਿਸ ਨਾਲ ਨਹੀਂ ਹੈ। ਅਸੀਂ ਤਾਂ ਭਾਰਤੀ ਕੌਮ ਤੋਂ ਵੱਖਰਾ ਇੱਕ ਕੌਮੀ ਰਾਜ ਚਾਹੁੰਦੇ ਹਾਂ ਅਤੇ ਭਾਰਤੀ ਕੌਮ ਫੌਜ ਪੁਲਿਸ ਰਾਹੀਂ ਸਾਨੂੰ ਦੱਬ ਕੇ ਰੱਖਣਾ ਚਾਹੁੰਦੀ ਹੈ। ਸਾਨੂੰ ਇਹ ਮੁੱਦਾ ਪ੍ਰਚੰਡ ਕਰਨਾ ਪਵੇਗਾ ਤੇ ਇਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਇਸ ਵਿਰੋਧਤਾਈ ਨੂੰ ਲੋਕ ਵਿਰੋਧਤਾਈ ਵਿੱਚ ਬਦਲਣੋਂ ਨਾ ਝਿਜਕੀਏ। ਭਾਰਤੀ ਲੋਕ ਕਿਸੇ ਤਰ੍ਹਾਂ ਦਾ ਓਹਲਾ ਨਹੀਂ ਰੱਖ ਰਹੇ ਕਿ ਉਹ ਸਾਡੀ ਆਜ਼ਾਦੀ ਲਈ ਲੜੀ ਜਾ ਰਹੀ ਜੰਗ ਦੀ ਹਰੇਕ ਤਰੀਕੇ ਨਾਲ ਵਿਰੋਧਤਾ ਕਰਨ ਲਈ ਤਿਆਰ ਨੇ। ਪਰ ਅਸੀਂ ਉਹਨਾਂ ਤੋਂ ਸੰਗਦੇ ਜਾਂ ਡਰਦੇ ਇਹ ਆਖਣ ਲਈ ਤਿਆਰ ਨਹੀਂ ਕਿ ਭਲੇ ਮਾਨਸੋ ਸਾਡਾ ਖਹਿੜਾ ਛੱਡੋ, ਅਸੀਂ ਆਜ਼ਾਦੀ ਚਾਹੁੰਦੇ ਹਾਂ। ਇਸ ਪੜਾਅ ਵਿੱਚ ਸਾਨੂੰ ਪੂਰੀ ਤਰ੍ਹਾਂ ਜਮਹੂਰੀ ਤੇ ਮਾਨਵਵਾਦੀ ਪਹੁੰਚ ਅਖਤਿਆਰ ਕਰਨੀ ਪਵੇਗੀ ਅਤੇ ਭਾਰਤੀ ਕੌਮ ਵੱਲੋਂ ਭੜਕਾਉਣ ਦੇ ਬਾਵਜੂਦ ਦੁਨੀਆ ਨੂੰ ਆਪਣੀ ਗੱਲ ਸ਼ਾਂਤੀ ਨਾਲ ਸਮਝਾਉਣੀ ਪਵੇਗੀ। ਇਸ ਸਟੇਜ ਤੇ ਭਾਰਤੀ ਕੌਮ ਹਮਲਾਵਰ ਰਸਤਾ ਅਖਤਿਆਰ ਕਰੇਗੀ ਤੇ ਦੁਨੀਆ ਦੀਆਂ ਨਜ਼ਰਾਂ ਵਿੱਚ ਨੰਗੀ ਹੋਵੇਗੀ। ਫਿਰ ਉਸ ਦੀਆਂ ਫੌਜਾਂ ਵੀਅਤਨਾਮ ਤੇ ਅਫਗਾਨਿਸਤਾਨ ਵਿਚਲੀਆਂ ਵਿਦੇਸ਼ੀ ਫੌਜਾਂ ਦੀ ਤਰ੍ਹਾਂ ਦੁਨੀਆ ਵਿੱਚ ਸਮਝੀਆਂ ਜਾਣਗੀਆਂ। ਦੁਨੀਆ ਦੀ ਰਾਏ ਆਮਾ ਸਾਡੇ ਹੱਕ ਵਿੱਚ ਹੋਵੇਗੀ। ਉਸ ਸਮੇਂ ਤੱਕ ਭਾਰਤੀ ਕੌਮ ਮੁਸਲਿਮ ਤੇ ਈਸਾਈ ਲੋਕਾਂ ਨਾਲ ਉਲਝ ਚੁੱਕੀ ਹੋਵੇਗੀ। ਧਰਮ ਤੇ ਰਾਜਸੀ ਵਿਹਾਰ ਦਾ ਆਪਸੀ ਰਿਸ਼ਤਾ। ਧਰਮ ਵਿਅਕਤੀ ਦੀ ਸਮੁੱਚੀ ਸੋਚ ਤੇ ਜੀਵਨ ਜਾਂਚ ਨੂੰ ਪ੍ਰਭਾਵਿਤ ਕਰਦਾ ਹੈ। ਰਾਜਸੀ ਵਿਹਾਰ ਇਸ ਜੀਵਨ ਜਾਂਚ ਦਾ ਇੱਕ ਅੰਗ ਹੈ ਕਿਉਂਕਿ ਸਾਡੇ ਅੰਦਰ ਚੱਲੇ ਆ ਰਹੇ ਧਾਰਮਿਕ ਸੰਸਕਾਰਾਂ ਦੇ ਮਤਭੇਦ ਸਾਡੇ ਰਾਜਨੀਤਿਕ ਕਾਰ ਵਿਹਾਰ ਨੂੰ ਸੂਤਰਬੱਧ ਕਰ ਰਹੇ ਨੇ। ਇਸ ਕਰਕੇ ਇਸ ਗੱਲ ਤੋਂ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ। ਹਰੇਕ ਵੈਦਿਕ ਬੰਦਾ ਵੱਖਰੀ ਰਾਜਨੀਤਿਕ ਤੇ ਕੌਮੀ ਇਕਾਈ ਦਾ ਅੰਗ ਹੈ ਤੇ ਗੁਰਬਾਣੀ ਦਾ ਓਟ ਆਸਰਾ ਲੈਣ ਵਾਲਾ ਹਰੇਕ ਸਿੱਖ ਇੱਕ ਵੱਖਰੀ ਕੌਮ ਦਾ ਹਿੱਸਾ ਹੈ। ਇਸ ਆਧਾਰ ਤੇ ਉਹ ਘਸੀਆਂ ਪਿਟੀਆਂ ਦਲੀਲਾਂ ਜੋ ਮੁਸਲਿਮ ਵਿਰੋਧ ਵਿੱਚੋਂ ਮਿਲੀਆਂ ਸਨ ਛੱਡ ਦੇਣੀਆਂ ਚਾਹੀਦੀਆਂ ਨੇ ਕਿ ਹਿੰਦੂ ਸਿੱਖਾਂ ਦਾ ਲਹੂ ਮਾਸ ਦਾ ਰਿਸ਼ਤਾ ਹੈ। ਸਾਡਾ ਸਮੁੱਚੀ ਮਾਨਵਤਾ ਨਾਲ ਚੰਗਾ ਸਮਾਜਿਕ ਰਿਸ਼ਤਾ ਹੈ ਤੇ ਭਾਰਤੀਆਂ ਨਾਲ ਵੀ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਬਾਕੀ ਕੌਮਾਂ ਦੇ ਚੰਗੇ ਗਵਾਂਢੀ ਬਣ ਸਕਦੇ ਹਾਂ ਤਾਂ ਭਾਰਤੀ ਕੌਮ ਦਾ ਵੀ ਚੰਗੇ ਗਵਾਂਢੀ ਦੇ ਤੌਰ ਤੇ ਸਤਿਕਾਰ ਕਰਾਂਗੇ। ਜਥੇਬੰਦਕ ਸਰੂਪ ਕੀ ਹੋਵੇ? ਹਰੇਕ ਜੱਦੋ-ਜਹਿਦ ਲਈ ਤਿੰਨ ਪੱਖਾਂ ਦਾ ਸਮਤੋਲ ਜ਼ਰੂਰੀ ਹੈ: ਵਿਚਾਰ, ਲਹਿਰ ਤੇ ਪਾਰਟੀ। ਚਾਹੇ ਦੇਖਣ ਨੂੰ ਇਹ ਤਿੰਨੇ ਚੀਜ਼ਾਂ ਇੱਕ ਦੂਜੇ ਦੇ ਵਿੱਚੋਂ ਹੀ ਮਿਲ ਜਾਂਦੀਆਂ ਨੇ, ਪਰ ਇਹਨਾਂ ਦੀ ਸਪਸ਼ਟਤਾ ਸੰਘਰਸ਼ ਨੂੰ ਮਜ਼ਬੂਤ ਕਰਦੀ ਹੈ। ਸਾਨੂੰ ਇਹਨਾਂ ਤਿੰਨਾਂ ਪੱਖਾਂ ਤੇ ਬਾਕਾਇਦਾ ਧਿਆਨ ਕੇਂਦਰਿਤ ਕਰਨਾ ਪਵੇਗਾ। ਇਸ ਸੌੜੇਪਨ ਤੋਂ ਉੱਪਰ ਉੱਠਣਾ ਪਵੇਗਾ ਕਿ ਤਕਨੀਕੀ ਤੌਰ ਤੇ ਇਹ ਤਿੰਨੇ ਚੀਜ਼ਾਂ ਜ਼ਰੂਰੀ ਇਕੱਠੀਆਂ ਚੱਲਣ। ਸਾਨੂੰ ਇਹ ਲਚਕ ਰੱਖਣੀ ਪਵੇਗੀ ਕਿ ਸਾਰੇ ਸਿੱਖਾਂ ਦੇ ਆਜ਼ਾਦੀ ਪ੍ਰਤੀ ਇੱਕ ਵਿਚਾਰ ਹੋਣ ਤੇ ਵੀ ਜ਼ਰੂਰੀ ਨਹੀਂ ਕਿ ਉਹ ਇਕਜੁੱਟ ਲਹਿਰ ਵਿੱਚ ਸ਼ਰੀਕ ਹੋਣ, ਤੇ ਲਹਿਰ ਵਿੱਚ ਸ਼ਾਮਲ ਸਾਰੇ ਸਿੱਖ ਜ਼ਰੂਰੀ ਨਹੀਂ ਕਿ ਇੱਕ ਪਾਰਟੀ ਵਿੱਚ ਸ਼ਾਮਲ ਹੋਣ। ਆਜ਼ਾਦੀ ਦਾ ਵਿਚਾਰ ਕੌਮੀ ਵਿਚਾਰ ਬਣ ਜਾਵੇ, ਇਸ ਲਈ ਸਾਨੂੰ ਸਰਗਰਮੀਆਂ ਕਰਦਿਆਂ ਲਹਿਰ ਦੇ ਜਥੇਬੰਦਕ ਸਰੂਪ ਬਾਰੇ ਕੱਟੜਤਾ ਤੋਂ ਬਚਣਾ ਪਵੇਗਾ, ਕਿਉਂਕਿ ਅੱਜ ਵੀ ਆਜ਼ਾਦੀ ਦੀ ਪ੍ਰਾਪਤੀ ਲਈ ਖਾੜਕੂ ਤੇ ਜਮਹੂਰੀ ਦੋ ਤਰੀਕੇ ਸੁਝਾਏ ਜਾ ਸਕਦੇ ਨੇ। ਸਾਨੂੰ ਇੱਕ ਦੂਜੇ ਨੂੰ ਇਹ ਰਿਆਇਤ ਦੇ ਕੇ ਵੀ ਆਜ਼ਾਦੀ ਦੇ ਵਿਚਾਰ ਨੂੰ ਫੈਲਣ ਦੇਣਾ ਚਾਹੀਦਾ ਹੈ। ਰਵਾਇਤੀ ਅਕਾਲੀ ਆਗੂਆਂ ਦਾ ਇੱਕ ਹਿੱਸਾ ਆਪਣੇ ਢੰਗ ਨਾਲ ਆਜ਼ਾਦੀ ਦਾ ਵਿਚਾਰ ਪੇਸ਼ ਕਰ ਸਕਦਾ ਹੈ ਤੇ ਉਹਨਾਂ ਨੂੰ ਆਪਣੇ ਢੰਗ ਨਾਲ ਆਜ਼ਾਦੀ ਦੇ ਵਿਚਾਰ ਪੇਸ਼ ਕਰਨ ਦੇਣੇ ਚਾਹੀਦੇ ਨੇ। ਲਹਿਰ ਅੰਦਰ ਵੱਖ-ਵੱਖ ਪਾਰਟੀਆਂ ਦੇ ਚੱਲਣ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ ਤੇ ਇੱਕ ਦੂਜੀ ਪਾਰਟੀ ਨੂੰ ਬਰਦਾਸ਼ਤ ਕਰਨ ਦਾ ਮਾਦਾ ਹੋਣਾ ਚਾਹੀਦਾ ਹੈ।
ਇਸ ਲਈ ਸਾਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਕਿ ਆਮ ਮਾਨਵੀ ਸੁਭਾਅ ਦੀ ਨੁਮਾਇੰਦਗੀ ਕਰਦੇ ਰਾਜਨੀਤਿਕ ਰੁਝਾਨ ਸਾਡੇ ਵਿੱਚੋਂ ਹੀ ਪ੍ਰਗਟ ਹੋਣਗੇ। ਸਾਡੇ ਵਿੱਚੋਂ ਮਾਰਕੇਬਾਜ਼ ਰੁਝਾਨ ਵਾਲੇ ਵਿਚਾਰ ਵੀ ਪੈਦਾ ਹੋਣਗੇ, ਦਾਨੇ ਰੁਝਾਨ ਵੀ ਪੈਦਾ ਹੋਣਗੇ ਤੇ ਡਰਪੋਕ ਰੁਝਾਨ ਵੀ ਪੈਦਾ ਹੋਣਗੇ। ਅਸੀਂ ਉਹਨਾਂ ਦਾ ਤਾਲਮੇਲ ਬਿਠਾ ਕੇ ਕੌਮੀ ਮੋਰਚਾ ਉਸਾਰਨਾ ਤੇ ਕੌਮੀ ਆਜ਼ਾਦੀ ਪ੍ਰਾਪਤ ਕਰਨੀ ਹੈ। ਆਪੋ ਆਪਣੀ ਪਾਰਟੀ ਤੇ ਵਿਚਾਰ ਨੂੰ ਦਰੁਸਤ ਸਮਝਦਿਆਂ ਦੂਜੇ ਨੂੰ ਆਪਣਾ ਵਿਚਾਰ ਤੇ ਪਾਰਟੀ ਕਾਇਮ ਰੱਖਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ, ਪਰ ਇੱਕ ਦੂਜੇ ਨਾਲ ਬਹਿਸ ਮੁਬਾਹਸਾ ਤੇ ਏਕਤਾ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ। ਇਸ ਵਾਸਤੇ ਜਿਹੜੇ ਲੋਕ ਜਮਹੂਰੀ ਸਿੱਖ ਕੌਮੀ ਮੋਰਚਾ ਉਸਾਰਨਾ ਚਾਹੁਣ, ਉਹਨਾਂ ਨੂੰ ਇੱਕ ਜਮਹੂਰੀ ਸਿੱਖ ਪਾਰਟੀ ਦੀ ਉਸਾਰੀ ਕਰਨੀ ਪਵੇਗੀ ਜੋ ਸਪਸ਼ਟ ਤੌਰ ਤੇ ਕੌਮੀ ਆਜ਼ਾਦੀ ਦਾ ਟੀਚਾ ਮਿੱਥੇ ਤੇ ਕੌਮੀ ਵਿਰੋਧਤਾਈਆਂ ਸਪਸ਼ਟ ਕਰੇ। ਇਸ ਤੋਂ ਬਾਅਦ ਗਰਮ ਤੇ ਸਰਦ ਦੋਹਾਂ ਧੜਿਆਂ ਨਾਲ ਸੰਭਵ ਤਾਲਮੇਲ ਰੱਖਣ ਦਾ ਮਾਹੌਲ ਪੈਦਾ ਕਰਨਾ ਪਵੇਗਾ। ਅਖੀਰ ਵਿੱਚ ਭਾਰਤੀ ਕੌਮ ਨਾਲ ਮੁੱਖ ਵਿਰੋਧਤਾਈ ਰੱਖਦੀਆਂ ਭਾਰਤ ਅੰਦਰਲੀਆਂ ਹੋਰਨਾਂ ਕੌਮਾਂ ਨਾਲ ਸਾਂਝਾ ਮੋਰਚਾ ਉਸਾਰਨ ਦੀ ਲਾਈਨ ਲੈਣੀ ਪਵੇਗੀ। ਜਨਤਕ ਲਾਮਬੰਦੀ, ਵਿਰੋਧਤਾਈ ਦੀ ਸਪਸ਼ਟਤਾ ਤੇ ਸਾਂਝਾ ਮੋਰਚਾ ਜਿੱਤ ਦੀ ਗਰੰਟੀ ਹੋਵੇਗਾ। ਖਾਲਿਸਤਾਨ ਦੀ ਬੁਨਿਆਦ ਮਜ਼ਬੂਤ ਕਰੋ। ਲਿਬਰੇਸ਼ਨ ਖਾਲਿਸਤਾਨ ਸਾਲ ਪਹਿਲਾ ਨੰਬਰ 1 ਜਨਵਰੀ 1992। ਦੁਨੀਆ ਵਿੱਚ ਕਾਰਨ ਤੇ ਪ੍ਰਭਾਵ ਦਾ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ। ਹਰ ਘਟਨਾ ਦੇ ਪੈਦਾ ਹੋਣ ਦਾ ਜੋ ਕਾਰਨ ਹੁੰਦਾ ਹੈ, ਉਸ ਦੇ ਪ੍ਰਭਾਵ ਉੱਤੇ ਉਸ ਦੀ ਛਾਪ ਜ਼ਰੂਰ ਹੁੰਦੀ ਹੈ। ਅਸੀਂ ਚਾਹੁੰਦਿਆਂ ਹੋਇਆਂ ਵੀ ਉਸ ਤੋਂ ਬਚ ਨਹੀਂ ਸਕਦੇ। ਜੇਕਰ ਇੱਕ ਸਿੱਖ ਅੰਦਰ ਖਾਲਿਸਤਾਨ ਪ੍ਰਤੀ ਤਾਂਘ ਉਸ ਅੰਦਰ ਗੁਰਬਾਣੀ ਜਾਂ ਸਿੱਖ ਫਿਲਾਸਫੀ ਰਾਹੀਂ ਉੱਭਰਦੀ ਹੈ, ਤਾਂ ਉਸ ਦੀਆਂ ਸਰਗਰਮੀਆਂ ਉੱਪਰ ਸਿੱਖੀ ਦੀ ਸਿਧਾਂਤਕ ਛਾਪ ਤੁਹਾਨੂੰ ਦਿਖਾਈ ਦੇਵੇਗੀ। ਪਰ ਜੇਕਰ ਇੱਕ ਸਿੱਖ ਅੰਦਰ ਖਾਲਿਸਤਾਨ ਪ੍ਰਤੀ ਝੁਕਾਅ ਵਿਰੋਧੀ ਦੇ ਦਮਨ ਜਾਂ ਰਾਜਨੀਤਿਕ ਘਟਨਾ ਚੱਕਰ ਵਿੱਚੋਂ ਜਾਂ ਆਰਥਿਕ ਵਿਤਕਰੇਬਾਜ਼ੀ ਦੇ ਫਲਸਰੂਪ ਪੈਦਾ ਹੋਵੇ, ਤਾਂ ਉਸ ਦੀਆਂ ਸਰਗਰਮੀਆਂ ਉੱਪਰ ਉਸੇ ਤਰ੍ਹਾਂ ਰਾਜਨੀਤਿਕ ਜਾਂ ਆਰਥਿਕ ਛਾਪ ਤੁਹਾਨੂੰ ਦੇਖਣ ਨੂੰ ਮਿਲੇਗੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅੰਦਰ ਖਾਲਿਸਤਾਨ ਦੀ ਧਾਰਨਾ ਉਹਨਾਂ ਵੱਲੋਂ ਕੀਤੇ ਗੁਰਬਾਣੀ ਦੇ ਅਧਿਐਨ ਵਿੱਚੋਂ ਪੈਦਾ ਹੋਈ ਸੀ। ਇਸੇ ਲਈ ਉਹਨਾਂ ਦੀਆਂ ਖਾਲਿਸਤਾਨ ਪ੍ਰਤੀ ਸਰਗਰਮੀਆਂ ਉੱਪਰ ਗੁਰਬਾਣੀ ਦੀ ਮੋਹਰ ਸੀ ਤੇ ਉਹ ਹਰੇਕ ਸਿੱਖ ਨੂੰ ਖਾਲਿਸਤਾਨੀ ਬਣਨ ਦੇ ਲਈ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਦੇ ਸਨ। ਅੱਜ ਅਨੇਕਾਂ ਲੋਕਾਂ ਦੇ ਖਾਲਿਸਤਾਨ ਦੇ ਨਾਅਰੇ ਤੇ ਤੁਹਾਨੂੰ ਗੁਰਬਾਣੀ ਦੇ ਅਕਸ ਦਿਖਾਈ ਦੇਣਗੇ, ਪਰ ਦਿੱਲੀ ਦਰਬਾਰ ਵੱਲੋਂ ਸੰਤਾਂ ਦੀ ਇਸ ਜ਼ੋਰ ਫੜ ਰਹੀ ਲਹਿਰ ਨੂੰ ਕੁਚਲਣ ਲਈ ਜਦੋਂ ਹਥਿਆਰਬੰਦ ਧਾਵਾ ਬੋਲਿਆ ਗਿਆ, ਤਾਂ ਬੜੀ ਵੱਡੀ ਪੱਧਰ ਤੇ ਸਿੱਖਾਂ ਦੀ ਸੋਚ ਤੇ ਇਸ ਦਾ ਅਸਰ ਹੋਇਆ। ਖਾਲਿਸਤਾਨੀ ਲਹਿਰ ਵਿੱਚ ਸ਼ਾਮਲ ਹੋਏ ਇਹ ਇਮਾਨਦਾਰ ਕੁਰਬਾਨੀ ਵਾਲੇ ਕਾਫਲੇ ਮੁੱਢਲੇ ਰੂਪ ਵਿੱਚ ਦੁਸ਼ਮਣ ਦੇ ਹਥਿਆਰਬੰਦ ਹਮਲੇ ਤੋਂ ਪ੍ਰਭਾਵਿਤ ਸਨ। ਇਸ ਕਾਰਨ ਇਹਨਾਂ ਮਹਾਨ ਯੋਧਿਆਂ ਤੇ ਉਸ ਕਾਰਨ ਦਾ ਪ੍ਰਭਾਵ ਸਪਸ਼ਟ ਸੀ ਤੇ ਇਹ ਲਹਿਰ ਸਿੱਖੀ ਤੇ ਗੁਰਬਾਣੀ ਨੂੰ ਮੰਨਦੀ ਹੋਈ ਵੀ ਹਥਿਆਰਾਂ ਦੀ ਪ੍ਰਮੁੱਖਤਾ ਉੱਤੇ ਜ਼ੋਰ ਦਿੰਦੀ ਸੀ। ਇਹ ਸਭ ਕੁਝ ਕੁਦਰਤੀ ਵਰਤਾਰਾ ਸੀ, ਕਿਉਂਕਿ ਦੁਸ਼ਮਣ ਨੇ ਸਾਨੂੰ ਚੈਲੰਜ ਕੀਤਾ ਸੀ ਤੇ ਉਸਨੇ ਸਾਨੂੰ ਹਥਿਆਰਾਂ ਦੇ ਜ਼ੋਰ ਖਤਮ ਕਰਨ ਦਾ ਬੀੜਾ ਚੁੱਕਿਆ ਸੀ ਤੇ ਅਸੀਂ ਉਸ ਦਾ ਚੈਲੰਜ ਕਬੂਲ ਕਰਦਿਆਂ ਉਸ ਦਾ ਹਥਿਆਰਬੰਦ ਮੁਕਾਬਲਾ ਕਰਨ ਦਾ ਅਹਿਦ ਕੀਤਾ ਸੀ। ਹਥਿਆਰ ਸੰਤਾਂ ਨੇ ਵੀ ਉਠਾਏ ਸਨ ਅਤੇ ਸਿੱਖ ਕੌਮ ਨੂੰ ਉਠਾਉਣ ਦੀ ਪ੍ਰੇਰਨਾ ਦਿੱਤੀ ਸੀ, ਪਰ ਉਹ ਗੁਰਬਾਣੀ ਦੇ ਪਹਿਰੇ ਦੇ ਹੇਠ ਰਹਿਣ ਦੀ ਤਾਕੀਦ ਕਰਦੇ ਸਨ। ਦੁਸ਼ਮਣ ਨੇ ਸਾਨੂੰ ਜਿਸ ਕਮੀਨਗੀ ਨਾਲ ਖਤਮ ਕਰਨ ਦਾ ਯਤਨ ਕੀਤਾ, ਉਸ ਤੋਂ ਗੁੱਸਾ ਖਾ ਕੇ ਅਨੇਕਾਂ ਸਿੱਖੀ ਤੋਂ ਤੇ ਗੁਰਬਾਣੀ ਤੋਂ ਬੇਮੁਖ ਹੋਏ ਲੋਕ ਬੇਦਾਵਾ ਪੜਵਾਉਣ ਲਈ ਇਸ ਲਹਿਰ ਵਿੱਚ ਸ਼ਾਮਲ ਹੋਏ ਨੇ। ਉਹਨਾਂ ਵਿੱਚੋਂ ਅਣਗਿਣਤ ਆਪਣੀ ਕੁਰਬਾਨੀ ਨਾਲ ਗੁਰੂ ਦੇ ਚਰਨਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ ਨੇ। ਅਨੇਕਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ। ਅੱਜ ਜਨਵਰੀ 1992 ਖਾਲਿਸਤਾਨ ਲਹਿਰ ਅੰਦਰ ਵਿਚਰ ਰਹੇ ਵਰਕਰਾਂ ਅੰਦਰ ਉਹਨਾਂ ਦੇ ਪਿਛੋਕੜ ਵਾਲੇ ਵਿਚਾਰ ਵੀ ਵਿਚਰ ਰਹੇ ਨੇ ਅਤੇ ਵੱਖ-ਵੱਖ ਵਿਚਾਰਾਂ ਦੇ ਟਕਰਾਅ ਜਾਰੀ ਨੇ। ਲਹਿਰ ਨੂੰ ਇਕਜੁੱਟ ਕਰਨ ਲਈ ਜ਼ਰੂਰੀ ਹੈ ਕਿ ਆਪਸੀ ਵਖਰੇਵੇਂ ਦੂਰ ਕੀਤੇ ਜਾਣ। ਆਪਸੀ ਵਖਰੇਵੇਂ ਦੋ ਤਰ੍ਹਾਂ ਨਾਲ ਦੂਰ ਹੋ ਸਕਦੇ ਨੇ। ਇੱਕ ਤਾਂ ਵਿਚਾਰਧਾਰਕ ਬਹਿਸ ਰਾਹੀਂ
ਤੇ ਦੂਜਾ ਤਰੀਕਾ ਹੈ ਸੰਘਰਸ਼ ਦੀ ਪ੍ਰਗਤੀ ਰਾਹੀਂ। ਇਹਨਾਂ ਦੋਹਾਂ ਵਿੱਚੋਂ ਮੁੱਖ ਹੁੰਦਾ ਹੈ ਵਿਚਾਰਧਾਰਾ ਦਾ ਮਸਲਾ। ਜੇਕਰ ਹਰੇਕ ਗਰੁੱਪ ਤੇ ਉਸ ਦਾ ਲੀਡਰ ਆਪਣੀ ਲਾਈਨ, ਵਿਚਾਰਧਾਰਾ ਤੇ ਐਕਸ਼ਨ ਨੂੰ ਗੁਰਬਾਣੀ ਦੇ ਤਰਾਜ਼ੂ ਤੇ ਧਰ ਕੇ ਤੋਲਣ ਦੀ ਪਿਰਤ ਪਾਵੇ ਅਤੇ ਸੰਗਤ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੇ ਕਿ ਗੁਰਮਤ ਦੇ ਮੁਤਾਬਕ ਉਸ ਦੀ ਲਾਈਨ ਤੇ ਐਕਸ਼ਨ ਕਿੰਨੇ ਕੁ ਦਰੁਸਤ ਸਾਬਿਤ ਹੋ ਰਹੇ ਨੇ, ਤਾਂ ਸੰਗਤਾਂ ਉਸ ਬਾਰੇ ਸਹੀ ਸਿੱਟੇ ਕੱਢ ਸਕਦੀਆਂ ਨੇ। ਬਿਗਾਨੇ ਫਲਸਫੇ ਸਿੱਖਾਂ ਲਈ ਮੁਆਫਕ ਨਹੀਂ। ਸਾਨੂੰ ਇਹ ਸਪਸ਼ਟ ਹੋ ਕੇ ਚੱਲਣਾ ਪਵੇਗਾ ਕਿ ਖਾਲਿਸਤਾਨ ਦਾ ਲਕਸ਼ ਸਿੱਖ ਕੌਮ ਤੇ ਗੁਰਬਾਣੀ ਦਾ ਇਸ ਯੁੱਗ ਮੈਂ ਚਾਨਣ ਪਸਾਰਨ ਲਈ ਮਿਥਿਆ ਹੈ ਅਤੇ ਜੇਕਰ ਸਾਡੀ ਲਹਿਰ ਇਸ ਤੋਂ ਆਸੇ-ਪਾਸੇ ਜਾ ਰਹੀ ਹੈ ਤਾਂ ਅਸੀਂ ਗੁਰੂ ਤੋਂ ਬੇਮੁਖ ਹੋ ਕੇ ਕਿਸੇ ਹੋਰ ਦੇ ਢਾਹੇ ਚੜ੍ਹ ਰਹੇ ਹੋਵਾਂਗੇ। ਦੁਨੀਆ ਵਿੱਚ ਰਾਜ ਸਥਾਪਿਤ ਕਰਨ ਦੇ, ਕੌਮਾਂ ਦੀ ਵਿਆਖਿਆ ਦੇ, ਰਾਜਾਂ ਦੀ ਖੁਸ਼ਹਾਲੀ ਦੇ ਅਤੇ ਰਾਜਨੀਤਿਕ ਬਣਤਰਾਂ ਦੇ ਅਨੇਕਾਂ ਸਿਧਾਂਤ ਮੌਜੂਦ ਨੇ, ਜਿਨ੍ਹਾਂ ਮੁਤਾਬਕ ਇਤਿਹਾਸ ਵਿੱਚ ਅਨੇਕਾਂ ਰਾਜ ਕਾਇਮ ਹੋਏ, ਤਬਾਹ ਹੋਏ, ਵਿਚਰ ਰਹੇ ਨੇ ਅਤੇ ਸੰਕਟਗ੍ਰਸਤ ਵੀ ਨੇ। ਇਨ੍ਹਾਂ ਵਿੱਚ ਇਸਲਾਮੀ ਰਾਜ, ਬੋਧੀ ਰਾਜ, ਈਸਾਈ ਰਾਜ, ਮਿਲਗੋਬਾ ਰਾਜ ਜਾਣੀ ਕਿ ਅਖੌਤੀ ਸੈਕੂਲਰ, ਨਾਸਤਕ ਰਾਜ ਜਾਣੀ ਕਿ ਕਮਿਊਨਿਸਟ ਅਤੇ ਮਨਮੱਤੇ ਰਾਜ ਜਾਣੀ ਕਿ ਨਿੱਜੀ ਤਾਨਾਸ਼ਾਹੀ ਦੇ ਮਾਡਲ ਪ੍ਰਚਲਿਤ ਨੇ। ਇਹਨਾਂ ਦੇ ਆਪੋ ਆਪਣੇ ਵਿਚਾਰ ਨੇ ਅਤੇ ਆਪੋ ਆਪਣੀਆਂ ਬਣਤਰਾਂ। ਇਹਨਾਂ ਵਿੱਚੋਂ ਕੋਈ ਵੀ ਰਾਜ ਅੱਜ ਸਹੀ ਮਾਇਨਿਆਂ ਵਿੱਚ ਮਨੁੱਖਤਾ ਦੇ ਭਲੇ ਲਈ ਵਧੀਆ ਨਮੂਨਾ ਨਹੀਂ ਪੇਸ਼ ਕਰ ਰਿਹਾ, ਕਿਉਂਕਿ ਉਹਨਾਂ ਦੀ ਵਿਚਾਰਧਾਰਾ ਮਨੁੱਖਤਾ ਦੇ ਪਰਉਪਕਾਰ ਲਈ ਸਹੀ ਲਾਈਨ ਪੇਸ਼ ਨਹੀਂ ਕਰ ਸਕੀ। ਤਾਈਓ ਤਾਂ ਅੱਜ ਦੁਨੀਆ ਦਾ ਹਰੇਕ ਰਾਜ ਸੰਕਟਗ੍ਰਸਤ ਦਿਖਾਈ ਦੇ ਰਿਹਾ ਹੈ। ਕੋਈ ਆਰਥਿਕ ਤੌਰ ਤੇ ਅਮੀਰ ਹੋਣ ਦੇ ਬਾਵਜੂਦ ਵੀ ਸੱਭਿਆਚਾਰਕ ਕੰਗਾਲੀ ਵਿੱਚ ਫਸਦਾ ਜਾ ਰਿਹਾ ਹੈ ਅਤੇ ਕੋਈ ਸੱਭਿਆਚਾਰਕ ਵਿਕਾਸ ਲਈ ਕੋਸ਼ਿਸ਼ਾਂ ਕਰਦਾ ਆਰਥਿਕ ਕੰਗਾਲੀ ਵੱਲ ਵਧ ਰਿਹਾ ਹੈ। ਮਨੁੱਖੀ ਭਾਈਚਾਰੇ ਲਈ ਇੱਕ ਵਧੀਆ ਧਾਰਮਿਕ, ਭਾਵ ਨੈਤਿਕ, ਸੱਭਿਆਚਾਰਕ ਤੇ ਆਰਥਿਕ ਮਾਡਲ ਪੇਸ਼ ਕਰਨ ਵਿੱਚ ਉਹਨਾਂ ਦੀ ਅਸਫਲਤਾ ਉਹਨਾਂ ਦੇ ਰਾਜਾਂ ਦੇ ਸੰਕਟਾਂ ਦਾ ਕਾਰਨ ਬਣੀ ਪਈ ਹੈ। ਇਸੇ ਸਮੇਂ ਅੱਜ ਜਦੋਂ ਅਸੀਂ ਖਾਲਿਸਤਾਨ ਦੀ ਉਸਾਰੀ ਕਰ ਰਹੇ ਹਾਂ ਤਾਂ ਸਾਨੂੰ ਉਹਨਾਂ ਦੇ ਭੱਠਿਆਂ ਦੀਆਂ ਕੱਚੀਆਂ ਪਿੱਲੀਆਂ ਤੇ ਖਿੰਗਰੀਆਂ ਇੱਟਾਂ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਸੁਚੇਤ ਹੋ ਕੇ ਚੱਲਣਾ ਪਵੇਗਾ ਕਿ ਗੁਰੂ ਦੀ ਸਿੱਖਿਆ ਮੁਤਾਬਕ ਜੋ ਹਲੇਮੀ ਰਾਜ ਅਸੀਂ ਸਥਾਪਿਤ ਕਰਨ ਜਾ ਰਹੇ ਹਾਂ, ਇਸ ਦੀ ਹਰ ਇੱਟ ਗੁਰਬਾਣੀ ਦੇ ਨਿੱਘ ਨਾਲ ਪੱਕ ਕੇ ਪ੍ਰਵਾਨ ਚੜ੍ਹੇ। ਆਲੇ ਦੁਆਲੇ ਤੋਂ ਸਿੱਖਣਾ ਸਿਖਾਉਣਾ ਸਾਡਾ ਫਰਜ਼ ਹੈ, ਪਰ ਬਾਹਰੋਂ ਉਹ ਕੁਝ ਨਹੀਂ ਸਿੱਖਿਆ ਜਾ ਸਕਦਾ ਜੋ ਗੁਰਮਤ ਦੇ ਹਾਣ ਦਾ ਹੋਵੇ। ਆਲੇ ਦੁਆਲੇ ਤੋਂ ਮਦਦ ਲੈਣੀ ਤੇ ਮਦਦ ਦੇਣੀ ਠੀਕ ਹੈ, ਪਰ ਸਿੱਖੀ ਸਿਧਾਂਤ ਦੀ ਕੀਮਤ ਤੇ ਨਹੀਂ। ਇਸ ਲਈ ਅਸੀਂ ਦੁਨੀਆ ਦੀ ਕਿਸੇ ਚੰਗੀ ਗੱਲ ਨੂੰ ਅਪਣਾਉਂਦਿਆਂ ਤੇ ਕਿਸੇ ਦੀ ਹਮਾਇਤ ਨੂੰ ਪ੍ਰਵਾਨ ਕਰਦਿਆਂ ਇਹ ਮੰਨ ਕੇ ਚੱਲਣਾ ਹੋਵੇਗਾ ਕਿ ਦੁਨੀਆ ਅੰਦਰ ਕੋਈ ਵੀ ਚੰਗਿਆਈ ਗੁਰਬਾਣੀ ਵਿੱਚ ਦਰਜ ਚੰਗਿਆਈਆਂ ਤੋਂ ਉੱਤਮ ਨਹੀਂ ਹੈ ਤੇ ਕਿਸੇ ਹਮਾਇਤੀ ਦੀ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਤੋਂ ਵੱਧ ਕੇ ਨਹੀਂ ਹੈ। ਲੀਡਰ ਤੇ ਸੰਗਤ। ਸਿੱਖੀ ਸਿਧਾਂਤਾਂ ਮੁਤਾਬਕ ਸਾਡੇ ਧਰਮ ਵਿੱਚ ਗੁਰੂ ਤੋਂ ਬਾਅਦ ਸੰਗਤ ਦੀ ਹੈਸੀਅਤ ਪ੍ਰਮੁੱਖ ਹੈ। ਸੰਗਤ ਨੂੰ ਵਿਸ਼ਵਾਸ ਵਿੱਚ ਲੈਂਦਿਆਂ ਹੀ ਕੋਈ ਆਗੂ ਖਾਲਸਾਈ ਸਿਧਾਂਤਾਂ ਤੇ ਅੱਗੇ ਵਧ ਸਕਦਾ ਹੈ। ਬੇਗਾਨੇ ਸਿਧਾਂਤ ਕਹਿੰਦੇ ਨੇ ਕਿ ਲੋਕ ਤਾਂ ਭੇਡਾਂ ਬੱਕਰੀਆਂ ਹੁੰਦੇ ਨੇ, ਉਹਨਾਂ ਨੂੰ ਜਿੱਧਰ ਮਰਜ਼ੀ ਮੋੜ ਲਓ। ਇਹਨਾਂ ਸਿਧਾਂਤਾਂ ਤੋਂ ਪ੍ਰਭਾਵਿਤ ਕਈ ਆਗੂ ਸੰਗਤਾਂ ਨੂੰ ਵਿਸ਼ਵਾਸ ਵਿੱਚ ਲੈਣ ਦੀ ਥਾਂ ਉਹਨਾਂ ਨੂੰ ਝੂਠੇ ਸਬਜ਼ ਬਾਗ ਦਿਖਾਉਂਦੇ ਨੇ। ਸੰਗਤਾਂ ਨੂੰ ਝੂਠ ਦੇ ਆਸਰੇ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਕਈ ਵਾਰ ਕੁਝ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਉਹਨਾਂ ਦੇ ਮਗਰ ਵੀ ਚੱਲ ਪੈਂਦੇ ਨੇ, ਪਰ ਸਮੇਂ ਦੇ ਨਾਲ ਜਦੋਂ ਢੋਲ ਦਾ ਪੋਲ ਖੁੱਲਦਾ ਹੈ ਤਾਂ ਲੋਕ ਮੂੰਹ ਮੋੜ ਲੈਂਦੇ ਨੇ। ਫਿਰ ਲੀਡਰ ਲੋਕਾਂ ਨੂੰ ਗਾਲਾਂ ਕੱਢਦੇ ਨੇ, ਪਰ ਉਹ ਲੀਡਰ ਸਿੱਖੀ ਸਿਧਾਂਤਾਂ ਮੁਤਾਬਕ ਠੀਕ ਨਹੀਂ ਚੱਲ ਰਹੇ ਹੁੰਦੇ। ਸਿੱਖੀ ਸਿਧਾਂਤ ਸੰਗਤ ਨਾਲ ਝੂਠ ਮਾਰਨ ਦੀ ਮਨਾਹੀ ਕਰਦਾ ਹੈ। ਸਿੱਖੀ ਸਿਧਾਂਤ ਸੰਗਤਾਂ ਤੋਂ ਓਹਲੇ ਰੱਖਣ ਦੀ ਮਨਾਹੀ ਕਰਦਾ ਹੈ। ਸਿੱਖੀ ਸਿਧਾਂਤ ਹਰ ਲੀਡਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਅਨੁਸਾਰ ਲਹਿਰ ਜਥੇਬੰਦ ਕਰਨ ਦੇ ਆਪਣੇ ਤਰੀਕਾਕਾਰ ਨੂੰ ਸੰਗਤਾਂ ਦੀ ਪ੍ਰਵਾਨਗੀ ਲਈ ਪੇਸ਼ ਕਰਨ ਦਾ ਪਾਬੰਦ ਬਣਾਉਂਦਾ ਹੈ ਤੇ ਫਿਰ ਸੰਗਤਾਂ ਨੂੰ ਸਹਿਮਤ ਕਰਾ ਕੇ ਖਾਲਸਾਈ ਨਿਸ਼ਾਨੇ ਵੱਲ ਵਧਣ ਦਾ ਰਾਹ ਦਿਖਾਉਂਦਾ ਹੈ। ਇੱਥੇ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਿੱਖੀ ਸਿਧਾਂਤ
ਕਿਸੇ ਲੀਡਰ ਵੱਲੋਂ ਆਮ ਸੰਗਤ ਕੋਲੋਂ ਗੁਰਮਤ ਦੀ ਸੇਧ ਦੇ ਉਲਟ ਲਏ ਫਤਵੇ ਨੂੰ ਪ੍ਰਵਾਨ ਨਹੀਂ ਕਰਦਾ। ਜਿਵੇਂ ਲੀਡਰ ਆਮ ਤੌਰ ਤੇ ਗਲਤ ਕੰਮਾਂ ਲਈ ਸੰਗਤਾਂ ਦੇ ਹੱਥ ਖੜੇ ਕਰਾਉਂਦੇ ਨੇ, ਇਸ ਤਰ੍ਹਾਂ ਖਾਲਸਾਈ ਸਿਧਾਂਤਾਂ ਮੁਤਾਬਕ ਲੋਕ ਲਹਿਰ ਦੀ ਉਸਾਰੀ ਕਰਨ ਅਤੇ ਖਾਲਿਸਤਾਨ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਸਾਨੂੰ ਇਹਨਾਂ ਨੁਕਤਿਆਂ ਉੱਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਸਾਡਾ ਮਾਰਗਦਰਸ਼ਕ ਤੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਅਸੀਂ ਕੁਝ ਵੀ ਅਜਿਹਾ ਕਰਨ ਦੇ ਹੱਕਦਾਰ ਨਹੀਂ ਜੋ ਉਸ ਮੁਤਾਬਕ ਦਰੁਸਤ ਨਾ ਹੋਵੇ। ਸਾਡੇ ਲੀਡਰ ਜੇਕਰ ਉਸ ਦੀ ਸੇਧ ਮੁਤਾਬਕ ਸੰਗਤ ਨੂੰ ਚੱਲਣ ਦੀ ਪ੍ਰੇਰਨਾ ਕਰਦੇ ਨੇ ਤਾਂ ਸਾਨੂੰ ਉਹਨਾਂ ਦੀ ਅਗਵਾਈ ਕਬੂਲ ਕਰਨੀ ਚਾਹੀਦੀ ਹੈ। ਜੇਕਰ ਉਹਨਾਂ ਵਿੱਚ ਕੋਈ ਨੁਕਸ ਹੈ ਤਾਂ ਸੰਗਤ ਨੂੰ ਹੱਕ ਹੈ ਕਿ ਉਹ ਉਸ ਤੇ ਕਿੰਤੂ ਕਰੇ ਅਤੇ ਲੀਡਰ ਦਾ ਫਰਜ਼ ਹੈ ਕਿ ਉਹ ਸੰਗਤ ਦੀ ਰਾਏ ਲਵੇ। ਇਸ ਤਰ੍ਹਾਂ ਸਾਨੂੰ ਇੱਕ ਲੋਕ ਲਹਿਰ ਦੀ ਉਸਾਰੀ ਵੱਲ ਵਧਣਾ ਚਾਹੀਦਾ ਹੈ। ਪ੍ਰਵਾਸੀ ਖਾਲਿਸਤਾਨੀ ਲਹਿਰ ਅੰਦਰ ਖੜੋਤ ਦੇ ਲੱਛਣ। ਲਿਬਰੇਸ਼ਨ ਖਾਲਿਸਤਾਨ, ਸਾਲ ਪਹਿਲਾ, ਨੰਬਰ 5, ਜੂਨ 1992। ਹੇਠ ਦਿੱਤੀਆਂ 3 ਸੰਖੇਪ ਪੜਚੋਲਵੀਆਂ ਟਿੱਪਣੀਆਂ ਜਸਵੰਤ ਸਿੰਘ ਨੇ ਇੰਗਲੈਂਡ ਵਿੱਚ ਰਹਿੰਦਿਆਂ ਪ੍ਰਵਾਸੀ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਨੂੰ ਦੇਖ ਕੇ ਲਿਖੀਆਂ ਸਨ। ਅਸੀਂ ਮਨਮਤ ਦੇ ਵਸ ਪੈ ਕੇ ਇਹੀ ਕਹੀ ਜਾ ਰਹੇ ਹਾਂ ਕਿ ਜੇਕਰ ਸਿੱਖ ਬਚੇ ਰਹੇ ਤਾਂ ਸਿੱਖੀ ਬਚੀ ਰਹੇਗੀ, ਪਰ ਗੁਰਮਤ ਸਾਨੂੰ ਕਹਿ ਰਹੀ ਹੈ ਕਿ ਜੇਕਰ ਸਿੱਖੀ ਬਚੀ ਰਹੀ ਤਾਂ ਹੀ ਸਿੱਖ ਬਚੇ ਰਹਿ ਸਕਣਗੇ। ਤੇ ਸਿੱਖੀ ਸ਼ੁਰੂ ਹੁੰਦੀ ਹੈ ਅਕਾਲ ਪੁਰਖ ਦੇ ਸਾਹਮਣੇ ਆਪਣਾ ਸੀਸ ਅਰਪਣ ਕਰਨ ਤੋਂ। ਸਿੱਖ ਬੀਕਾਨੇਰ ਵੱਲ ਭੱਜਿਆ ਨਹੀਂ ਸੀ ਬਚ ਸਕਦੇ। ਸਿੱਖ ਬਚੇ ਸ੍ਰੀ ਦਰਬਾਰ ਸਾਹਿਬ ਵੱਲ ਸੀਸ ਭੇਟ ਕਰਨ ਲਈ ਅੱਗੇ ਵਧਦਿਆਂ। ਸੋ ਆਓ ਮਨਮਤ ਤੋਂ ਖਹਿੜਾ ਛੁਡਾਈਏ, ਸਿੱਖੀ ਨੂੰ ਬਚਾਈਏ, ਆਪਣੇ ਆਪ ਨੂੰ ਗੁਰੂ ਦੇ ਭੇਟ ਕਰੀਏ। ਗੁਰੂ ਤੋਂ ਦਾਤਾ ਮੰਗਣਾ ਸਿੱਖ ਦਾ ਫਰਜ਼ ਹੀ ਹੈ। ਅਸੀਂ ਦੁੱਧ ਮੰਗਿਆ, ਪੁੱਤ ਮੰਗਿਆ, ਹੋਰ ਸੁੱਖ ਆਰਾਮ ਮੰਗੇ, ਪਰ ਸਾਡੇ ਗੁਰੂ ਕੋਲ ਜੋ ਸਭ ਤੋਂ ਵੱਡੀ ਦਾਤ ਆਪਣੇ ਪੁੱਤਰਾਂ ਨੂੰ ਦੇਣ ਲਈ ਸੀ ਉਹ ਬਹੁਤ ਘੱਟ ਮੰਗੀ ਹੈ। ਉਹ ਦਾਤ ਹੈ ਕੁਰਬਾਨੀ ਦੀ। ਅਸੀਂ ਗੁਰੂ ਦੀਆਂ ਦਾਤਾਂ ਵਿੱਚੋਂ ਮਾਇਆ ਨੂੰ ਫਿਰ ਦਾਨ ਕਰਨ ਦੀ ਮਨਮਤ ਤਹਿਤ ਦਾਨੀ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਦਾਤਾਂ ਬਖਸ਼ਣ ਵਾਲੇ ਤੋਂ ਅਸਲੀ ਦਾਤ ਮੰਗਣ ਤੋਂ ਸ਼ਰਮਾ ਰਹੇ ਹਾਂ। ਸਭ ਤੋਂ ਵੱਡੀ ਦਾਤ ਸਾਡੇ ਦਾਤੇ ਕੋਲ ਸ਼ਹਾਦਤ ਦੀ ਹੈ, ਪਰ ਉਹ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ। ਧੰਨ ਉਹ ਮਾਵਾਂ ਜਿਨ੍ਹਾਂ ਦੇ ਪੁੱਤ ਪੰਥ ਦੀ ਆਨ ਤੇ ਸ਼ਾਨ ਦੀ ਖਾਤਰ ਸਿਰ ਤਲੀ ਤੇ ਧਰ ਕੇ ਸ਼ਹਾਦਤ ਦੇ ਜਾਮ ਪੀ ਰਹੇ ਨੇ। ਪਰ ਸਾਡੇ ਵਿੱਚੋਂ ਕੁਝ ਵੀਰ ਮਨਮਤ ਦਾ ਸ਼ਿਕਾਰ ਹੋ ਕੇ ਕਹਿ ਰਹੇ ਨੇ ਕਿ ਪੰਜਾਬ ਵਿੱਚ ਅਜੇ ਕਾਫੀ ਨੌਜਵਾਨ ਨੇ ਜਿਨ੍ਹਾਂ ਨੂੰ ਕੁਰਬਾਨੀ ਦੇਣੀ ਚਾਹੀਦੀ ਹੈ। ਅਸੀਂ ਤਾਂ ਉਸ ਵੇਲੇ ਉੱਥੇ ਪਧਾਰਾਂਗੇ ਜਦੋਂ ਸਾਨੂੰ ਗੱਦੀ ਮਿਲੇਗੀ। ਵਾਹਿਗੁਰੂ ਉਹਨਾਂ ਨੂੰ ਲੰਮੀ ਉਮਰ ਦੇਵੇ ਤਾਂ ਕਿ ਉਹ ਲੰਮਾ ਚਿਰ ਇਹ ਸਭ ਕੁਝ ਦੇਖ ਸਕਣ ਕਿ ਗੁਰੂ ਜੋ ਰੁਤਬਾ ਸ਼ਹੀਦ ਨੂੰ ਦਿੰਦਾ ਹੈ ਉਹ ਨਵਾਬ ਨੂੰ ਨਹੀਂ ਦਿੰਦਾ। ਮੈਂ ਇੱਕ ਅਣਜਾਣ ਜਿਹਾ ਸਿੱਖ ਹਾਂ ਤੇ ਸੱਚ ਤਾਂ ਸੱਚੇ ਪਾਤਸ਼ਾਹ ਹੀ ਜਾਣਦੇ ਨੇ, ਪਰ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਕੌਮ ਦੀ ਆਜ਼ਾਦੀ ਦੀ ਚੱਲ ਰਹੀ ਲੜਾਈ ਵਿੱਚ ਵਜ਼ੀਰੀਆਂ ਦੇ ਸੁਪਨੇ ਮਾੜੇ ਤਾਂ ਨਹੀਂ ਹੁੰਦੇ, ਪਰ ਇਹ ਸ਼ਹਾਦਤ ਦੇ ਸੁਪਨੇ ਤੋਂ ਬਹੁਤ ਹੇਠਾਂ ਹੁੰਦੇ ਨੇ। ਠੀਕ ਹੈ, ਸਿਆਸੀ ਲੋਕ ਵਜ਼ੀਰੀਆਂ ਦੀ ਲਾਲਸਾ ਲਈ ਲੜਦੇ ਨੇ, ਪਰ ਧਰਮੀ ਲੋਕ ਮੁਕਤੀ ਭਾਵ ਲਿਬਰੇਸ਼ਨ ਲਈ ਲੜਦੇ ਨੇ। ਅੱਜ ਸਾਡੇ ਵਿੱਚ ਦੋਹਾਂ ਹੀ ਤਰ੍ਹਾਂ ਦੇ ਲੋਕ ਨੇ। ਖਾਲਿਸਤਾਨ ਦੀ ਲੜਾਈ ਨੂੰ ਮੈਂ ਇੱਕ ਧਰਮੀ ਲੜਾਈ ਸਮਝਦਾ। ਕਈ ਲੋਕ ਇਸ ਨੂੰ ਸਿਆਸੀ ਲੜਾਈ ਸਮਝੀ ਜਾ ਰਹੇ ਨੇ। ਇਹ ਦੋ ਧਾਰਾਵਾਂ ਨੇ। ਅੱਜ ਸਾਡੀ ਕੌਮੀ ਤਹਿਰੀਕ ਵਿੱਚ ਮੇਰੀ ਸਨਿਮਰ ਬੇਨਤੀ ਹੈ, ਖਾਲਿਸਤਾਨ ਦੀ ਧਰਤੀ ਤੋਂ ਦੂਰ ਵਿਚਰ ਰਹੇ ਬਹਾਦਰ ਖਾਲਿਸਤਾਨੀ ਵੀਰਾਂ ਨੂੰ ਕਿ ਅਸੀਂ ਸਾਰਿਆਂ ਰਲ ਕੇ ਖਾਲਿਸਤਾਨ ਲਹਿਰ ਦਾ ਪ੍ਰਚਾਰ ਦੁਨੀਆ ਦੇ ਹਰੇਕ ਕੋਨੇ-ਕੋਨੇ ਵਿੱਚ ਕੀਤਾ ਹੈ। ਹੁਣ ਸਾਡੇ ਨਾਲ ਹੋਰ ਵੀ ਹਜ਼ਾਰਾਂ ਸਿੰਘ ਵੀਰ ਇਸ ਕਾਰਜ ਵਿੱਚ ਜੁਟ ਪਏ ਨੇ। ਇੱਕੋ ਕੰਮ ਸਾਲਾ ਬੱਧੀ ਇੱਕੋ ਬੰਦਾ ਕਰੀ ਜਾਵੇ ਤਾਂ ਜਮਾਤ ਵਿੱਚ ਖੜੋਤ ਪੈਦਾ ਹੋ ਜਾਂਦੀ ਹੈ ਤੇ ਇਹ ਖੜੋਤ ਸਮੁੱਚੀ ਪ੍ਰਵਾਸੀ ਖਾਲਿਸਤਾਨੀ ਲਹਿਰ ਵਿੱਚ ਆਈ ਪਈ ਹੈ। ਉਹ ਚਿਹਰੇ, ਉਹ ਪੁਰਾਣੀਆਂ ਰਟੀਆਂ ਰਟਾਈਆਂ ਗੱਲਾਂ ਉਹਨਾਂ ਹੀ ਸਟੇਜਾਂ ਤੇ ਦੁਹਰਾਈਆਂ ਜਾ ਰਹੀਆਂ ਨੇ। ਲੋਕ ਸੁਣ ਸੁਣ ਕੇ ਅੱਕ ਚੁੱਕੇ ਨੇ।
ਨਵੀਂ ਪੀੜ੍ਹੀ ਦੇ ਨੌਜਵਾਨ ਜੋ ਸਾਡੇ ਪੁਰਾਣੇ ਲੀਡਰਾਂ ਤੋਂ ਵੱਧ ਪੜ੍ਹੇ ਲਿਖੇ ਤੇ ਸੂਝਵਾਨ ਨੇ, ਉਹ ਇਹ ਕੰਮ ਪੁਰਾਣੇ ਲੀਡਰਾਂ ਤੋਂ ਸੁਚੱਜਾ ਕਰ ਸਕਦੇ ਨੇ, ਪਰ ਉਹਨਾਂ ਨੂੰ ਮੌਕੇ ਨਹੀਂ ਮਿਲ ਰਹੇ। ਇਸ ਖੜੋਤ ਕਾਰਨ ਜਥੇਬੰਦੀਆਂ ਟੁੱਟ-ਫੁੱਟ ਰਹੀਆਂ ਨੇ, ਸੰਗਤਾਂ ਚੁੱਪ ਵੱਟ ਰਹੀਆਂ ਨੇ। ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਗੁਰੂ ਘਰਾਂ ਵਿੱਚੋਂ ਦੰਗਲ ਖਤਮ ਹੋਣੇ ਚਾਹੀਦੇ ਨੇ। ਲਿਬਰੇਸ਼ਨ ਖਾਲਿਸਤਾਨ, ਸਾਲ ਪਹਿਲਾ, ਨੰਬਰ 3, ਮਾਰਚ 1992। ਬੀਤੇ ਦਿਨੀ ਇੰਗਲੈਂਡ ਦੇ ਇੱਕ ਮਹੱਤਵਪੂਰਨ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਨਵੇਂ ਵਿਧਾਨ ਦੇ ਇਸ਼ਤਿਹਾਰ ਪੇਪਰਾਂ ਵਿੱਚ ਦਿੱਤੇ ਗਏ ਸਨ, ਜਿਨ੍ਹਾਂ ਵਿੱਚ ਲਿਖਿਆ ਗਿਆ ਸੀ ਕਿ ਉਹਨਾਂ ਲੋਕਾਂ ਨੂੰ ਮੈਂਬਰਸ਼ਿਪ ਨਹੀਂ ਦਿੱਤੀ ਜਾਵੇਗੀ ਜਿਨ੍ਹਾਂ ਪਿਛਲੇ ਸਾਲ ਕਿਸੇ ਸਮੇਂ ਗੁਰੂ ਘਰ ਤੇ ਜ਼ਬਰਦਸਤੀ ਕਬਜ਼ਾ ਰੱਖਿਆ ਸੀ। ਇਸੇ ਤਰ੍ਹਾਂ ਇੱਕ ਹੋਰ ਗੁਰਦੁਆਰੇ ਦੀ ਇਸ ਹਫ਼ਤੇ ਖਬਰ ਲੱਗੀ ਹੈ ਕਿ 1.5 ਦਰਜਨ ਸਿੱਖ ਗੁਰੂ ਘਰ ਵਿੱਚ ਹੋਏ ਝਗੜੇ ਕਾਰਨ ਅਦਾਲਤ ਪਹੁੰਚੇ। ਇੱਕ ਹੋਰ ਸਿੱਖ ਨੂੰ ਗੋਲਕ ਨੂੰ ਜੰਦਰਾ ਮਾਰਨ ਵਿੱਚ ਸਜ਼ਾ ਹੋਈ। ਇੱਕ ਗੁਰਦੁਆਰੇ ਵਿੱਚੋਂ ਮੈਂਬਰਸ਼ਿਪ ਦਾ ਰਿਕਾਰਡ ਹੀ ਕਿਸੇ ਧੜੇ ਨੇ ਚੋਰੀ ਕਰ ਲਿਆ। ਕਿਸੇ ਹੋਰ ਗੁਰਦੁਆਰੇ ਵਿੱਚੋਂ ਸਟਾਲ ਦਾ ਸਮਾਨ ਚੁੱਕਿਆ ਗਿਆ। ਇਹ ਸਾਰੀਆਂ ਖਬਰਾਂ ਪੜ੍ਹ ਸੁਣ ਕੇ ਦੁੱਖ ਹੁੰਦਾ ਹੈ। ਇਸ ਨਾਲ ਸਿੱਖ ਧਰਮ ਦਾ ਨਕਸ਼ਾ ਸਹੀ ਪੇਸ਼ ਨਹੀਂ ਹੁੰਦਾ। ਹੋਰਨਾਂ ਭਾਈਚਾਰਿਆਂ ਵਿੱਚ ਸਾਡੀ ਪੋਜੀਸ਼ਨ ਹਾਸੋਹੀਣੀ ਹੁੰਦੀ ਹੈ। ਇਸ ਮਸਲੇ ਤੇ ਜਿਸ ਕਿਸੇ ਨਾਲ ਵੀ ਗੱਲ ਕਰੋ, ਉਹ ਇਹਨਾਂ ਘਟਨਾਵਾਂ ਤੇ ਅਫਸੋਸ ਪ੍ਰਗਟ ਕਰਦਾ ਹੈ, ਪਰ ਹਰ ਕੋਈ ਬੇਵੱਸ ਹੈ। ਹਰ ਕੋਈ ਜ਼ਿੰਮੇਵਾਰੀ ਦੂਜੇ ਤੇ ਤਿਲਕਾ ਕੇ ਪਾਸੇ ਹੋ ਜਾਂਦਾ ਹੈ। ਗੜਬੜ ਦਾ ਕਾਰਨ ਕੀ ਹੈ? ਘਰ ਪਰਿਵਾਰ ਹੋਵੇ ਜਾਂ ਕੋਈ ਅਦਾਰਾ ਹੋਵੇ ਜਾਂ ਕੋਈ ਦੇਸ਼ ਹੋਵੇ, ਉਸ ਦੇ ਪ੍ਰਬੰਧ ਵਿੱਚ ਵਿਰੋਧਤਾਈਆਂ ਦਾ ਪੈਦਾ ਹੋਣਾ ਕੁਦਰਤੀ ਹੁੰਦਾ ਹੈ। ਪਰ ਜਿੱਥੇ ਪ੍ਰਬੰਧਕੀ ਸਿਸਟਮ ਇਹਨਾਂ ਵਿਰੋਧਤਾਈਆਂ ਦਾ ਪਿਆਰਪੂਰਵਕ ਹੱਲ ਲੱਭਣ ਦੇ ਯੋਗ ਹੁੰਦੇ ਨੇ, ਉੱਥੇ ਮਾਹੌਲ ਸੁਖਾਵਾਂ ਰਹਿੰਦਾ ਹੈ, ਤੇ ਜਿੱਥੇ ਇਹਨਾਂ ਨੂੰ ਨਜ਼ਰਅੰਦਾਜ਼ ਕਰਕੇ ਮਨਮੱਤੇ ਢੰਗ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਗੜਬੜ ਜਨਮ ਲੈਂਦੀ ਹੈ। ਉਸ ਗੜਬੜ ਦੌਰਾਨ ਜੇਕਰ ਵਿਰੋਧੀ ਧਿਰ ਦਾ ਹੱਥ ਉੱਪਰ ਹੋ ਜਾਵੇ ਤਾਂ ਉਹ ਬਦਲਾ ਲਊ ਭਾਵਨਾ ਤੋਂ ਕੰਮ ਲੈਂਦੀ ਹੈ, ਜਿਸ ਦੇ ਨਤੀਜੇ ਵਜੋਂ ਮਾਹੌਲ ਪਹਿਲਾਂ ਤੋਂ ਵੀ ਬਦਤਰ ਹੋ ਜਾਂਦਾ ਹੈ। ਜੇਕਰ ਵਿਰੋਧੀ ਧਿਰ ਹਾਰ ਜਾਵੇ ਤੇ ਉਸ ਨੂੰ ਜੇਤੂ ਧਿਰ ਵੱਲੋਂ ਜ਼ਲੀਲ ਕਰਨਾ ਜਾਰੀ ਰੱਖਿਆ ਜਾਵੇ ਤਾਂ ਉਹ ਮੁਤਬਾਦਲ ਅਦਾਰੇ ਸਥਾਪਿਤ ਕਰਕੇ ਉਸ ਘੇਰੇ ਵਿੱਚੋਂ ਸਦਾ ਲਈ ਬਾਹਰ ਚਲੇ ਜਾਂਦੇ ਨੇ। ਲਗਭਗ ਇਹੋ ਵਰਤਾਰਾ ਗੁਰੂ ਘਰਾਂ ਅੰਦਰ ਚੱਲ ਰਿਹਾ ਹੈ ਅਤੇ ਨਤੀਜੇ ਸਾਡੇ ਸਾਹਮਣੇ ਨੇ ਕਿ ਜਾਂ ਤਾਂ ਜਿਸ ਦਾ ਕਬਜ਼ਾ ਹੋ ਜਾਂਦਾ ਹੈ ਉਹ ਦੂਜੇ ਦੀ ਅਹੀ-ਤਹੀ ਫੇਰਨ ਤੋਂ ਗੁਰੇਜ਼ ਨਹੀਂ ਕਰਦਾ, ਅਤੇ ਜਾਂ ਫਿਰ ਇਹ ਹੋ ਜਾਂਦਾ ਹੈ ਕਿ ਜਿਸ ਤੋਂ ਕਬਜ਼ਾ ਛੁੱਟ ਜਾਂਦਾ ਹੈ ਉਹ ਇੱਕ ਅੱਧੀ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਆਪਣਾ ਵੱਖਰਾ ਗੁਰਦੁਆਰਾ ਸਥਾਪਿਤ ਕਰ ਲੈਂਦਾ ਹੈ। ਉਂਝ ਇਹ ਕਹਿਣਾ ਵੀ ਠੀਕ ਨਹੀਂ ਕਿ ਇੰਗਲੈਂਡ ਵਿੱਚ ਹਰ ਗੁਰਦੁਆਰੇ ਵਿੱਚ ਹੀ ਗੜਬੜ ਹੈ। ਸਗੋਂ ਸੱਚਾਈ ਇਹ ਹੈ ਕਿ ਜ਼ਿਆਦਾਤਰ ਗੁਰੂ ਘਰਾਂ ਵਿੱਚ ਸ਼ਾਂਤੀ ਤੇ ਪਿਆਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਹਨਾਂ ਦੀ ਬਦੌਲਤ ਹੀ ਸਿੱਖੀ ਸ਼ਾਨ ਇੱਥੇ ਕਾਇਮ ਹੈ। ਇਨ੍ਹਾਂ ਸੁਚੱਜੇ ਪ੍ਰਬੰਧਕਾਂ ਅਧੀਨ ਚੱਲ ਰਹੇ ਗੁਰਦੁਆਰਿਆਂ ਕਾਰਨ ਹੀ ਗੜਬੜ ਵਾਲੇ ਗੁਰੂ ਘਰ ਸਾਡਾ ਧਿਆਨ ਖਿੱਚਦੇ ਨੇ। ਸੁਚੱਜੇ ਪ੍ਰਬੰਧਾਂ ਵਾਲੇ ਗੁਰੂ ਘਰਾਂ ਦੇ ਗੁਣਾਂ ਦੀ ਜਦੋਂ ਘੋਖ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਉਹਨਾਂ ਨੇ ਪੈਦਾ ਹੋ ਸਕਣ ਵਾਲੀਆਂ ਵਿਰੋਧਤਾਈਆਂ ਦੇ ਵੱਖੋ ਵੱਖਰੇ ਢੰਗ ਤਰੀਕਿਆਂ ਨਾਲ ਹੱਲ ਲੱਭੇ ਹੋਏ ਨੇ। ਜ਼ਰੂਰੀ ਨਹੀਂ ਕਿ ਉਹ ਸਾਰੇ ਤਰੀਕੇ ਹਰ ਥਾਂ ਲਾਗੂ ਕਰਕੇ ਦਰੁਸਤ ਸਿੱਟੇ ਹੀ ਕੱਢਣ, ਪਰ ਫਿਰ ਵੀ ਸਾਨੂੰ ਵਿਚਾਰ ਅਧੀਨ ਜ਼ਰੂਰ ਲਿਆਉਣੇ ਚਾਹੀਦੇ ਨੇ। ਕਿਸੇ ਵੀ ਅਦਾਰੇ ਦਾ ਪ੍ਰਬੰਧ ਉਸ ਵਕਤ ਸਭ ਤੋਂ ਵਧੀਆ ਚੱਲ ਸਕਦਾ ਹੁੰਦਾ ਹੈ ਜਦੋਂ ਪ੍ਰਬੰਧਕ 2 ਸ਼ਰਤਾਂ ਪੂਰੀਆਂ ਕਰ ਸਕਦਾ ਹੋਵੇ। ਪਹਿਲੀ ਇਹ ਕਿ ਉਹ ਉਸ ਸੰਬੰਧਿਤ ਵਿਸ਼ੇ ਦਾ ਮਾਹਰ ਹੋਵੇ, ਤੇ ਦੂਜਾ ਉਹ ਮਾਨਤਾ ਪ੍ਰਾਪਤ ਕਰ ਚੁੱਕਾ ਹੋਵੇ। ਇਹ ਫਾਰਮੂਲਾ ਤੁਸੀਂ ਪਰਿਵਾਰ ਤੋਂ ਲੈ ਕੇ UNO ਤੱਕ ਕਿਸੇ ਵੀ ਅਦਾਰੇ ਤੇ ਲਾਗੂ ਕਰ ਸਕਦੇ ਹੋ। ਹੁਣ ਆਈਏ ਗੁਰੂ ਘਰਾਂ ਵੱਲ। ਜਿੱਥੇ ਕਿਤੇ ਵੀ ਗੁਰੂ ਘਰ ਦਾ ਪ੍ਰਬੰਧ ਐਸੇ ਮਹਾਂਪੁਰਖਾਂ ਦੇ ਹੱਥ ਵਿੱਚ ਹੈ ਜੋ ਗੁਰੂ ਮਰਿਆਦਾ ਅਨੁਸਾਰ ਪ੍ਰਬੰਧ ਚਲਾਉਣ ਦੀ ਮੁਹਾਰਤ ਰੱਖਦੇ ਨੇ ਤੇ ਸੰਗਤਾਂ ਵੱਲੋਂ ਉਹਨਾਂ ਨੂੰ ਮਾਣ ਸਤਿਕਾਰ ਪ੍ਰਾਪਤ ਹੈ, ਉੱਥੇ ਕੋਈ ਗੜਬੜ ਨਹੀਂ ਹੋ ਸਕਦੀ। ਪਰ ਜਿੱਥੇ ਕਿਤੇ ਪ੍ਰਬੰਧਕ ਕਿਸੇ ਹੋਰ ਕਿੱਤੇ ਜਾਂ ਖੇਤਰ ਦਾ ਮਾਹਰ ਹੋਵੇ
ਅਤੇ ਜ਼ਿੰਮੇਵਾਰੀ ਕੋਈ ਹੋਰ ਸਾਂਭ ਬੈਠੇ ਤੇ ਉਸ ਜ਼ਿੰਮੇਵਾਰੀ ਦੇ ਯੋਗ ਹੋਰ ਲੋਕ ਵੱਧ ਮਾਨਤਾ ਰੱਖਦੇ ਹੋਣ, ਉੱਥੇ ਵਿਰੋਧਤਾਈਆਂ ਜ਼ਰੂਰ ਪੈਦਾ ਹੋਣਗੀਆਂ। ਜਮਹੂਰੀਅਤ ਦੇ ਅੱਜਕੱਲ ਭਾਂਤ-ਭਾਂਤ ਦੇ ਅਰਥ ਕੱਢੇ ਜਾਣ ਕਰਕੇ ਗੁਰਦੁਆਰਾ ਪ੍ਰਬੰਧਾਂ ਉੱਤੇ ਵੀ ਇਸ ਦਾ ਅਸਰ ਹੋ ਰਿਹਾ ਹੈ। ਗੁਰਦੁਆਰਾ ਕਮੇਟੀ ਦੀਆਂ ਚੋਣਾਂ ਪਿੰਡ ਦੀ ਸਰਪੰਚੀ ਵਾਂਗ ਲੜੀਆਂ ਜਾ ਰਹੀਆਂ ਨੇ ਅਤੇ ਚੋਣਾਂ ਦਾ ਇਹ ਤਰੀਕਾ ਵਿਰੋਧਤਾਈਆਂ ਦਾ ਇਹ ਹੱਲ ਦਿਖਾਈ ਦਿੰਦਾ ਹੋਇਆ ਹੋਰ ਅਨੇਕਾਂ ਉਲਝਣਾਂ ਪੈਦਾ ਕਰ ਰਿਹਾ ਹੈ। ਸਾਨੂੰ ਇਸ ਦੀ ਸਾਰਥਿਕਤਾ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ। ਜਮਹੂਰੀਅਤ ਦਾ ਅਸਲ ਅਰਥ ਤਾਂ ਇਹ ਹੁੰਦਾ ਹੈ ਕਿ ਸੰਬੰਧਿਤ ਲੋਕਾਂ ਦੇ ਭਲੇ ਵਾਸਤੇ ਉਹਨਾਂ ਵੱਲੋਂ ਹੀ ਪ੍ਰਬੰਧ। ਪਰ ਇਸ ਦਾ ਇਹ ਅਰਥ ਤਾਂ ਨਹੀਂ ਹੁੰਦਾ ਕਿ ਸੰਬੰਧਿਤ ਅਦਾਰੇ ਦੇ ਨੁਕਸਾਨ ਵਾਸਤੇ ਹੀ ਖੁੱਲੀ ਛੁੱਟੀ। ਅੱਜ ਅਸੀਂ ਸਪੈਸ਼ਲਿਸਟ ਜਾਣੀ ਕਿ ਮੁਹਾਰਤ ਦੇ ਯੁੱਗ ਵਿੱਚ ਜੀ ਰਹੇ ਹਾਂ, ਜਾਂ ਗਿਆਨ ਤੇ ਤਕਨੀਕ ਸਾਨੂੰ ਸਿੱਖਿਆ ਦਿੰਦੀ ਹੈ ਕਿ ਹਰ ਇੱਕ ਨੂੰ ਉਹ ਕੰਮ ਦਿਓ ਜਿਸ ਦਾ ਉਹ ਮਾਹਰ ਹੈ। ਇਹ ਸਿੱਖਿਆ ਨਹੀਂ ਮਿਲਦੀ ਕਿ ਜਿਸ ਕੰਮ ਦੀ ਵੀ ਪਰਚੀ ਨਿਕਲ ਆਵੇ ਉਹ ਕੰਮ ਕਰ ਲੈਣਾ ਚਾਹੀਦਾ ਹੈ। ਸਾਨੂੰ ਚੋਣ ਕਰਨ ਦਾ ਅਧਿਕਾਰ ਹੈ, ਪਰ ਹਰ ਇੱਕ ਵਿੱਚੋਂ ਨਹੀਂ, ਕੁਝ ਮਾਹਰਾਂ ਯਾਨੀ ਕਿ ਯੋਗ ਵਿਅਕਤੀਆਂ ਵਿੱਚੋਂ। ਇਸ ਆਧਾਰ ਉੱਪਰ ਜਦੋਂ ਅਸੀਂ ਗੁਰੂ ਘਰ ਦੇ ਪ੍ਰਬੰਧਕਾਂ ਦੀ ਚੋਣ ਕਰਨੀ ਹੁੰਦੀ ਹੈ ਤਾਂ ਸਾਡੇ ਸਾਹਮਣੇ ਅਜਿਹੇ ਗੁਰਮੁਖਾਂ ਦਾ ਪੈਨਲ ਹੋਣਾ ਚਾਹੀਦਾ ਹੈ ਜੋ ਸਿਰਫ ਤੇ ਸਿਰਫ ਗੁਰੂ ਘਰਾਂ ਦੇ ਪ੍ਰਬੰਧ ਬਾਰੇ ਰੁਚੀ ਤੇ ਮੁਹਾਰਤ ਰੱਖਦੇ ਹੋਣ। ਅਸੀਂ ਜਦੋਂ ਟ੍ਰੇਡ ਯੂਨੀਅਨ ਦੀ ਚੋਣ ਕਰਦੇ ਹਾਂ ਤਾਂ ਗੁਰੂ ਘਰ ਦੇ ਮਾਹਰ ਸੇਵਕਾਂ ਨੂੰ ਉੱਥੇ ਨਹੀਂ ਚੁਣਦੇ, ਨਾ ਹੀ ਕੌਂਸਲ ਦੇ ਅਜਿਹੇ ਉਮੀਦਵਾਰ ਖੜੇ ਕਰਦੇ ਹਾਂ। ਇਹ ਦਰੁਸਤ ਹੈ ਕਿ ਜਿਸਕਾ ਕਾਮ ਉਸੀ ਕੋ ਸਾਜੇ। ਕਈ ਲੋਕ ਦਲੀਲ ਦਿੰਦੇ ਨੇ ਕਿ ਇਸ ਤਰ੍ਹਾਂ ਧਾਰਮਿਕ ਰੁਚੀਆਂ ਵਾਲੇ ਗੁਰਮੁਖ ਸੱਜਣ ਅੰਗਰੇਜ਼ੀ ਘੱਟ ਬੋਲਣ ਵਾਲੇ ਮਿਲ ਜਾਂਦੇ ਨੇ, ਉਹ ਸਾਡੀ ਵਿਆਖਿਆ ਚੰਗੀ ਤਰ੍ਹਾਂ ਨਹੀਂ ਕਰ ਸਕਦੇ। ਇਹ ਦਲੀਲ ਉਹਨਾਂ ਗੁਰੂ ਘਰਾਂ ਦੇ ਵਿਧਾਨਾਂ ਉੱਪਰ ਟਿੱਪਣੀ ਕਰਨ ਵਾਲਿਆਂ ਦੀ ਹੈ ਜਿੱਥੇ ਅਹੁਦੇਦਾਰ ਲਈ ਅੰਮ੍ਰਿਤਧਾਰੀ ਹੋਣ ਦੀ ਸ਼ਰਤ ਪੂਰੀ ਕਰਨਾ ਲਾਜ਼ਮੀ ਹੈ। ਜੋ ਲੋਕ ਅਜਿਹੀ ਦਲੀਲ ਦਿੰਦੇ ਨੇ ਉਹਨਾਂ ਮਗਰ ਇੱਕ ਕਾਰਨ ਇਹ ਹੁੰਦਾ ਹੈ ਕਿ ਉਹ ਗੁਰਦੁਆਰੇ ਨੂੰ ਇੱਕ ਧਾਰਮਿਕ ਅਦਾਰਾ ਨਾ ਮੰਨ ਕੇ ਇੱਕ ਸਮਾਜਿਕ ਕਲੱਬ ਸਮਝਦੇ ਨੇ ਅਤੇ ਆਪਣੇ ਸਮਾਜਿਕ ਰੁਤਬੇ ਨੂੰ ਦਿਖਾਉਣ ਲਈ ਇਸ ਦੇ ਅਹੁਦਿਆਂ ਦੀ ਵਰਤੋਂ ਕਰਦੇ ਨੇ। ਅਸਲ ਵਿੱਚ ਵਿਦੇਸ਼ਾਂ ਵਿੱਚ ਸਿੱਖ ਭਾਈਚਾਰਾ ਅਜੇ ਤੱਕ ਆਪਣੇ ਰਾਜਨੀਤਿਕ ਅਤੇ ਸਮਾਜਿਕ ਅਦਾਰੇ ਨਾ ਸਥਾਪਿਤ ਕਰ ਸਕਣ ਕਾਰਨ ਆਪਸੀ ਚੌਧਰ ਭੇੜ ਲਈ ਲੋੜੀਂਦੇ ਦੰਗਲ ਅਜੇ ਗੁਰਦੁਆਰਿਆਂ ਵਿੱਚ ਹੀ ਚਲਾ ਰਿਹਾ ਹੈ। ਅੰਗਰੇਜ਼ੀ ਪੜ੍ਹੇ ਸਿਆਣੇ ਸਿੱਖਾਂ ਨੂੰ ਹੋਰ ਸਿੱਖ ਸਮਾਜਿਕ ਅਦਾਰੇ ਸਥਾਪਿਤ ਕਰਦਿਆਂ ਇਹ ਕਾਰਜ ਕਰਨਾ ਚਾਹੀਦਾ ਹੈ। ਹੁਣ ਆਈਏ ਰਾਜਨੀਤਿਕ ਧਿਰਾਂ ਦੇ ਭੇੜ ਬਾਰੇ। ਕਈ ਲੋਕ ਆਪਣੇ ਵਿਸ਼ੇਸ਼ ਮਕਸਦ ਲਈ ਇਹ ਰੱਟ ਬਹੁਤ ਲਗਾਉਂਦੇ ਨੇ ਕਿ ਸਾਡਾ ਧਰਮ ਤੇ ਰਾਜਨੀਤੀ ਇਕੱਠੇ ਚੱਲਦੇ ਨੇ ਤੇ ਇਸ ਦਾ ਇਹ ਮਤਲਬ ਕੱਢਦੇ ਨੇ ਕਿ ਗੁਰਦੁਆਰੇ ਦੀ ਸਟੇਜ ਉੱਪਰ ਰਾਜਨੀਤਿਕ ਕਬਜ਼ਾ ਜ਼ਰੂਰੀ ਹੁੰਦਾ ਹੈ। ਇਹ ਵਿਚਾਰੇ ਹਕੀਕਤਾਂ ਤੋਂ ਕਾਫੀ ਦੂਰ ਹੁੰਦੇ ਨੇ। ਪਹਿਲੀ ਗੱਲ ਤਾਂ ਇਹ ਕਿ ਕੋਈ ਧਰਮ ਰਾਜਨੀਤੀ ਤੋਂ ਵੱਖਰਾ ਦੁਨੀਆ ਵਿੱਚ ਨਹੀਂ ਹੁੰਦਾ। ਹਰੇਕ ਧਰਮ ਦੀ ਕੋਈ ਨਾ ਕੋਈ ਰਾਜਨੀਤੀ ਹੁੰਦੀ ਹੈ। ਕੋਈ ਇਹ ਗੱਲ ਐਲਾਨੀਆਂ ਕਹਿੰਦਾ ਤੇ ਕੋਈ ਅਸਿੱਧੇ ਢੰਗ ਨਾਲ। ਇਸੇ ਤਰ੍ਹਾਂ ਸਿੱਖ ਧਰਮ ਦੀ ਆਪਣੀ ਇੱਕ ਰਾਜਨੀਤੀ ਹੈ, ਭਾਵ ਕਿ ਸਿੱਖ ਧਰਮ ਜਦੋਂ ਸਾਨੂੰ ਸਮੁੱਚੀ ਜੀਵਨ ਜਾਚ ਸਿਖਾਉਂਦਾ ਹੈ ਤਾਂ ਉਹ ਉਸ ਵਿੱਚ ਰਾਜ ਪ੍ਰਬੰਧ ਵੀ ਸਿਖਾਉਂਦਾ ਹੈ। ਸਾਡਾ ਧਰਮ ਰਾਜਨੀਤੀ ਨੂੰ ਆਪਣੇ ਅਧੀਨ ਰੱਖਦਾ ਹੈ, ਉਸ ਨੂੰ ਸ਼ਰੀਕ ਨਹੀਂ ਬਣਾਉਂਦਾ। ਪਰ ਕਈ ਭੁੱਲੜ ਵੀਰ ਇਹਨਾਂ ਦੋਵਾਂ ਨੂੰ ਬਰਾਬਰੀ ਤੇ ਰੱਖਦੇ ਨੇ ਤੇ ਕਈ ਤਾਂ ਧਰਮ ਉੱਪਰ ਰਾਜਨੀਤੀ ਦੀ ਸਰਦਾਰੀ ਦਾ ਝੰਡਾ ਗੱਡਣ ਲਈ ਕਾਲੇ ਰਹਿੰਦੇ ਨੇ। ਇਹ ਉਸੇ ਤਰ੍ਹਾਂ ਦੀ ਗਲਤੀ ਕਰ ਰਹੇ ਹੁੰਦੇ ਨੇ ਜਿਸ ਤਰ੍ਹਾਂ ਧਰਮ ਰਹਿਤ ਰਾਜਨੀਤੀ ਦੀ ਵਕਾਲਤ ਕਰਨ ਵਾਲੇ। ਸਿੱਖ ਰਾਜਨੀਤੀ ਵਿੱਚ ਵਿਚਰਦੀਆਂ ਕੁਝ ਧਿਰਾਂ ਨੇ ਪਾਰਲੀਮਾਨੀ ਸਿਆਸਤ ਦੇ ਦੌਰ ਵਿੱਚ ਇੱਕ ਸੌਖਾ ਤਰੀਕਾ ਅਪਣਾਇਆ ਹੋਇਆ ਹੈ। ਇਹ ਤਰੀਕਾ ਹੈ ਧਾਰਮਿਕ ਇਕੱਠਾਂ ਉੱਪਰ ਰਾਜਨੀਤਿਕ ਵਿਖਿਆਨ ਕਰਨ ਦਾ। ਆਮ ਤੌਰ ਤੇ ਹਰੇਕ ਰਾਜਨੀਤਿਕ ਜਥੇਬੰਦੀ ਨੂੰ ਆਪਣੀਆਂ ਰਾਜਨੀਤਿਕ ਧਾਰਨਾਵਾਂ ਲੋਕਾਂ ਵਿੱਚ ਖੜਨੀਆਂ ਪੈਂਦੀਆਂ ਨੇ ਤੇ ਉਹਨਾਂ ਨਾਲ ਲੋਕਾਂ ਨੂੰ ਸਹਿਮਤ ਕਰਾ ਕੇ ਜਥੇਬੰਦੀ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਕਾਫੀ ਮਿਹਨਤ ਜਾਣੀ ਕਿ ਖੇਚਲ ਦਾ ਕੰਮ ਹੁੰਦਾ ਹੈ। ਪਹਿਲਾਂ ਕੁਝ ਲੋਕਾਂ ਨੂੰ ਇਕੱਠਿਆਂ ਕਰਨਾ, ਫਿਰ ਉਹਨਾਂ ਨੂੰ ਆਪਣੇ ਵਿਚਾਰ ਦੱਸਣੇ, ਬਹਿਸ ਕਰਨੀ
ਤੇ ਸਹਿਮਤ ਕਰਾਉਣਾ। ਇਸ ਭੱਜ ਨੱਠ ਤੇ ਮਿਹਨਤ ਤੋਂ ਬਚਣ ਲਈ ਇੱਕ ਸੌਖਾ ਤਰੀਕਾ ਹੁੰਦਾ ਹੈ ਕਿ ਕਿਸੇ ਹੋਰ ਬਹਾਨੇ ਹੋਏ ਇਕੱਠ ਨੂੰ ਆਪਣੇ ਮਕਸਦ ਲਈ ਵਰਤ ਲੈਣਾ ਅਤੇ ਉਹਨਾਂ ਵਿੱਚੋਂ ਕੁਝ ਕੁ ਨੂੰ ਪ੍ਰਭਾਵਿਤ ਕਰਕੇ ਜਥੇਬੰਦੀ ਸਥਾਪਿਤ ਕਰ ਲੈਣਾ। ਇਹ ਤਰੀਕਾ ਪੰਜਾਬ ਦੇ ਮੇਲਿਆਂ ਤੇ ਵੀ ਵਰਤਿਆ ਜਾਂਦਾ ਹੈ, ਪਰ ਤਰੀਕਾ ਇਹ ਹੁੰਦਾ ਹੈ ਕਿ ਉੱਥੇ ਆਪੋ ਆਪਣਾ ਪੰਡਾਲ ਲਾਇਆ ਜਾ ਸਕਦਾ ਹੁੰਦਾ ਹੈ। ਇਸੇ ਤਰੀਕੇ ਨੂੰ ਗੁਰਦੁਆਰਿਆਂ ਵਿੱਚ ਵਰਤਣ ਲਈ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਵਾਸਤੇ ਸਾਰੀਆਂ ਧਿਰਾਂ ਵਿੱਚ ਰੱਸਾਕਸ਼ੀ ਹੁੰਦੀ ਹੈ ਤੇ ਜਿਸ ਦਾ ਉੱਥੇ ਕਬਜ਼ਾ ਹੋ ਜਾਵੇ ਉਸ ਦਾ ਸਮਝੋ ਸਿੱਖ ਸਿਆਸਤ ਤੇ ਕਬਜ਼ਾ ਹੋ ਜਾਂਦਾ ਹੈ। ਕਾਰਨ ਇਹ ਨਹੀਂ ਹੁੰਦਾ ਕਿ ਉਹ ਵਧੇਰੇ ਧਾਰਮਿਕ ਹੋ ਜਾਂਦੇ ਨੇ, ਬਲਕਿ ਇਹ ਹੁੰਦਾ ਹੈ ਕਿ ਗੁਰਦੁਆਰੇ ਦੀ ਸਟੇਜ ਉੱਤੇ ਉਹਨਾਂ ਦਾ ਕਬਜ਼ਾ ਹੋ ਜਾਂਦਾ ਹੈ। ਇਸ ਸਾਰੇ ਵਰਤਾਰੇ ਤੋਂ ਸਿੱਖਿਅਤ ਹੋ ਕੇ ਕੁਝ ਲੋਕ ਵਿਦੇਸ਼ਾਂ ਅੰਦਰਲੀ ਸਿੱਖ ਸਿਆਸਤ ਵਿੱਚ ਆਪਣੀ ਸਰਦਾਰੀ ਸਥਾਪਿਤ ਕਰਨ ਦੀ ਖਾਤਰ ਗੁਰਦੁਆਰਿਆਂ ਉੱਤੇ ਕਬਜ਼ੇ ਦੀ ਮੁਹਿੰਮ ਚਲਾਉਂਦੇ ਨੇ। ਉਹਨਾਂ ਦਾ ਮਕਸਦ ਸਪਸ਼ਟ ਹੁੰਦਾ ਹੈ ਤੇ ਉਹ ਹੁੰਦਾ ਹੈ ਆਪਣੀ ਸਿਆਸਤ ਲਈ ਵਰਤਣ ਵਾਸਤੇ ਗੁਰਦੁਆਰੇ ਦੀ ਸਟੇਜ ਉੱਤੇ ਕਬਜ਼ਾ ਕਰਨਾ। ਕੁਝ ਇਸ ਤੋਂ ਵੀ ਅੱਗੇ ਚਲੇ ਜਾਂਦੇ ਨੇ। ਉਹ ਸੋਚਦੇ ਨੇ ਕਿ ਪੌਂਡ ਘਰਾਂ ਵਿੱਚੋਂ ਉਗਰਾਉਣ ਨਾਲੋਂ ਗੁਰਦੁਆਰੇ ਵਿੱਚੋਂ ਹੀ ਮਾਇਕ ਸਹਾਇਤਾ ਹਾਸਲ ਕਰ ਲਈ ਜਾਵੇ। ਇਸ ਤਰ੍ਹਾਂ ਧਰਮ ਨੂੰ ਸਿਆਸਤ ਦੇ ਅਧੀਨ ਕਰਨ ਲਈ ਰਾਜਨੀਤਿਕ ਧਿਰਾਂ ਗੁਰਦੁਆਰਿਆਂ ਉੱਪਰ ਰਾਜਨੀਤਿਕ ਕਬਜ਼ੇ ਕਰਨ ਦੀ ਮੁਹਿੰਮ ਸ਼ੁਰੂ ਕਰਦੀਆਂ ਨੇ। ਪ੍ਰਬੰਧਕ ਕਮੇਟੀ ਦੀ ਚੋਣ ਤੋਂ ਪਹਿਲਾਂ ਪੂਰੀ ਜਥੇਬੰਦੀ ਨੂੰ ਸਰਗਰਮ ਕੀਤਾ ਜਾਂਦਾ ਹੈ ਤੇ ਜਿਹੜੇ ਸੱਜਣ ਮਿੱਤਰ ਗੁਰੂ ਘਰ ਦੇ ਪ੍ਰਬੰਧ ਨਾਲ ਕੋਈ ਦੂਰ ਦਾ ਵੀ ਸਰੋਕਾਰ ਨਹੀਂ ਰੱਖਦੇ, ਉਹਨਾਂ ਨੂੰ ਮੈਂਬਰਸ਼ਿਪ ਕਟਾਉਣ ਲਈ ਪ੍ਰੇਰਿਆ ਜਾਂਦਾ ਹੈ। ਜੇ ਕਿਤੇ ਅਹੁਦੇਦਾਰੀ ਲਈ ਅੰਮ੍ਰਿਤਧਾਰੀ ਹੋਣ ਦੀ ਸ਼ਰਤ ਹੈ ਤਾਂ ਆਪਣੇ ਬੰਦਿਆਂ ਨੂੰ ਅੰਮ੍ਰਿਤ ਛਕਣ ਲਈ ਕਿਹਾ ਜਾਂਦਾ ਹੈ। ਜੇ ਕਿਤੇ ਪਰਚੀ ਸਿਸਟਮ ਹੋਵੇ ਤਾਂ ਆਪਣੇ ਸਾਰੇ ਬੰਦਿਆਂ ਦੀ, ਇੱਥੋਂ ਤੱਕ ਕਿ ਬੀਬੀਆਂ ਤੋਂ ਬਿਨਾਂ ਪੁੱਛੇ ਹੀ ਉਹਨਾਂ ਦੀ ਵੀ ਪਰਚੀ ਪਾ ਦਿੱਤੀ ਜਾਂਦੀ ਹੈ। ਜਿੱਥੇ ਚੋਣਾਂ ਹੁੰਦੀਆਂ ਨੇ ਉੱਥੇ ਫਿਰ ਪੂਰੇ ਚੋਣ ਤਰੀਕੇ ਇਸਤੇਮਾਲ ਕੀਤੇ ਜਾਂਦੇ ਨੇ ਅਤੇ ਇਸ ਤਰ੍ਹਾਂ ਕੋਈ ਨਾ ਕੋਈ ਪੰਥਕ ਜਥੇਬੰਦੀ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਲੈਂਦੀ ਹੈ। ਫਿਰ ਜੇ ਪਹਿਲਾਂ ਕਿਸੇ ਹੋਰ ਦਾ ਕਬਜ਼ਾ ਰਿਹਾ ਹੋਵੇ ਤਾਂ ਉਹਨਾਂ ਵੱਲੋਂ ਖੋਲ੍ਹੇ ਦਫ਼ਤਰ ਬੰਦ ਕੀਤੇ ਜਾਂਦੇ ਨੇ, ਬੋਰਡ ਬਦਲੇ ਜਾਂਦੇ ਨੇ, ਮਾਟੋ ਬਦਲੇ ਜਾਂਦੇ ਨੇ ਤੇ ਕਈ ਥਾਵਾਂ ਤੇ ਸ਼ਹੀਦਾਂ ਦੀਆਂ ਤਸਵੀਰਾਂ ਵੀ ਬਦਲੀਆਂ ਜਾਂਦੀਆਂ ਨੇ। ਅਖੰਡ ਪਾਠ ਦੀ ਬੁਕਿੰਗ ਹੋਵੇ, ਕੀਰਤਨ ਜਾਂ ਢਾਡੀ ਦਰਬਾਰ ਹੋਵੇ ਜਾਂ ਕੋਈ ਕਾਨਫਰੰਸ ਇਜਲਾਸ ਹੋਵੇ, ਪਾਰਟੀ ਦੇ ਅੰਦਰ ਸਲਾਹ ਮਸ਼ਵਰੇ ਕਰਕੇ ਬੁੱਕ ਕੀਤੇ ਜਾਂਦੇ ਨੇ ਤੇ ਉਸ ਕਮੇਟੀ ਦੇ ਕਾਰਜਕਾਲ ਵਿੱਚ ਗੁਰੂ ਘਰ ਦੀ ਸਟੇਜ ਨੂੰ ਵਿਰੋਧੀ ਧਿਰ ਦੇ ਸਫਾਏ ਲਈ ਖੁੱਲ੍ਹ ਕੇ ਵਰਤਿਆ ਜਾਂਦਾ ਹੈ ਅਤੇ ਇਸ ਤਰੀਕੇ ਨਾਲ ਅਗਲੀਆਂ ਚੋਣਾਂ ਲਈ ਤਣਾਅ ਦਾ ਮਾਹੌਲ ਤਿਆਰ ਕੀਤਾ ਜਾਂਦਾ ਹੈ। ਜੇਕਰ ਦਾ ਲੱਗ ਜਾਵੇ ਤਾਂ ਵਿਧਾਨ ਨੂੰ ਐਸਾ ਸੋਧਾ ਲਾਇਆ ਜਾਂਦਾ ਹੈ ਕਿ ਵਿਰੋਧੀ ਖੰਘ ਹੀ ਨਾ ਸਕੇ ਤੇ ਜੇਕਰ ਵਿਰੋਧੀ ਨੂੰ ਮੌਕਾ ਮਿਲ ਜਾਵੇ ਤਾਂ ਫਿਰ ਉਹ ਕਮੇਟੀ ਭੰਗ ਕਰਾ ਕੇ ਰਿਸੀਵਰ ਬਿਠਾਉਣ ਵਿੱਚ ਕਸਰ ਨਹੀਂ ਛੱਡਦਾ। ਹੁਣ ਆਈਏ ਇਸ ਮਸਲੇ ਦੇ ਸੰਭਵ ਹੱਲ ਵੱਲ। ਕਿਸੇ ਚੀਜ਼ ਦਾ ਪੂਰਾ ਸੂਰਾ ਹੱਲ ਵਿਗਿਆਨਿਕ ਦਲੀਲ ਨਾਲ ਨਹੀਂ ਹੁੰਦਾ। ਹਾਂ, ਦਿੱਤੀਆਂ ਹਾਲਤਾਂ ਵਿੱਚ ਕੋਈ ਵੀ ਸੰਭਵ ਹੱਲ ਲੱਭਿਆ ਜਾ ਸਕਦਾ ਹੈ। ਸਾਡਾ ਸੁਝਾਅ ਹੈ ਕਿ ਗੁਰੂ ਘਰਾਂ ਨੂੰ ਧਾਰਮਿਕ ਸਥਾਨਾਂ ਦੇ ਰੂਪ ਵਿੱਚ ਬਕਾਇਦਾ ਮਾਨਤਾ ਦਿੱਤੀ ਜਾਵੇ। ਇਹਨਾਂ ਨੂੰ ਸਮਾਜਿਕ ਕਲੱਬ ਜਾਂ ਰਾਜਨੀਤਿਕ ਸਟੇਜ ਦਾ ਰੂਪ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸਮਾਜਿਕ ਸਰਗਰਮੀਆਂ ਦੀ ਸਾਨੂੰ ਅਤੀ ਜ਼ਰੂਰਤ ਹੈ ਤੇ ਰਾਜਨੀਤਿਕ ਸਟੇਜ ਦੀ ਵੀ। ਇਸ ਲੋੜ ਦੀ ਬਕਾਇਦਾ ਪੂਰਤੀ ਕਰਨ ਬਾਰੇ ਸੋਚਿਆ ਜਾਵੇ। ਇਹਨਾਂ ਨੂੰ ਰਲਗੱਡ ਭਵਨ ਬਣਾ ਕੇ ਗੜਬੜ ਨਾ ਕੀਤੀ ਜਾਵੇ। ਸਿੱਖਾਂ ਦੀਆਂ ਸਭਾ ਸੁਸਾਇਟੀਆਂ ਨੂੰ ਐਸੇ ਭਵਨ ਉਸਾਰਨੇ ਚਾਹੀਦੇ ਨੇ ਜਿੱਥੇ ਸੱਭਿਆਚਾਰਕ ਤੇ ਰਾਜਨੀਤਿਕ ਸਰਗਰਮੀਆਂ ਲਈ ਸਹੂਲਤਾਂ ਮਿਲ ਸਕਣ। ਅਜਿਹੀਆਂ ਸਮਾਜਿਕ ਤੇ ਰਾਜਨੀਤਿਕ ਸੰਸਥਾਵਾਂ ਖੜੀਆਂ ਕਰਨੀਆਂ ਚਾਹੀਦੀਆਂ ਨੇ ਜਿੱਥੇ ਲੀਡਰਸ਼ਿਪ ਤੇ ਪ੍ਰਸਿੱਧੀ ਪ੍ਰਾਪਤੀ ਦੇ ਮੌਕੇ ਮਿਲ ਸਕਣ ਅਤੇ ਜਦੋਂ ਆਪਾਂ ਬਦਲਵੇਂ ਪ੍ਰਬੰਧ ਕਰ ਦੇਵਾਂਗੇ ਤਾਂ ਫਿਰ ਉਹ ਸਾਰੇ ਲੋਕ ਜੋ ਗੁਰਦੁਆਰਿਆਂ ਵਿੱਚ ਦੰਗਲ ਰਚਾਉਂਦੇ ਨੇ ਉਹਨਾਂ ਲਈ ਠੀਕ ਅਖਾੜੇ ਮੁਹੱਈਆ ਹੋ ਸਕਣਗੇ ਤੇ ਸਾਨੂੰ ਗੁਰੂ ਘਰਾਂ ਵਿੱਚ ਗੁਰਬਾਣੀ ਦੀ ਮਿਠਾਸ ਹੋਰ ਵੱਧ ਮਹਿਸੂਸ ਹੋਵੇਗੀ। ਰਾਜਨੀਤਿਕ ਵਰਕਰਾਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਸਮਾਂ ਬਹੁਤ ਕੀਮਤੀ ਹੈ। ਉਹ ਇਸ ਨੂੰ ਆਪਣੇ ਖੇਤਰ ਵਿੱਚ ਖਰਚ ਕਰਨ, ਗੁਰੂ ਚਰਨਾਂ ਵਿੱਚੋਂ ਅਸ਼ੀਰਵਾਦ ਲੈਣ ਆਇਆ ਕਰਨ।
ਗੁਰਬਾਣੀ ਤੋਂ ਸੇਧ ਲੈਣ ਆਇਆ ਕਰਨ, ਸੰਗਤਾਂ ਦੀ ਧੂੜ ਮੱਥੇ ਨੂੰ ਲਾਉਣ ਆਇਆ ਕਰਨ ਤੇ ਗੁਰੂ ਤੇ ਸੰਗਤਾਂ ਤੋਂ ਤਾਕਤ ਲੈ ਕੇ ਆਪਣੇ ਰਾਜਨੀਤਿਕ ਖੇਤਰ ਵਿੱਚ ਮਿਹਨਤ ਕਰਿਆ ਕਰਨ। ਅੱਜ ਕੌਮ ਨੂੰ ਉਹਨਾਂ ਦੀ ਬਹੁਤ ਲੋੜ ਹੈ ਤੇ ਕੌਮ ਉਹਨਾਂ ਦੀ ਪਿੱਠ ਵੀ ਪੂਰ ਰਹੀ ਹੈ, ਪਰ ਉਹ ਗੁਰੂ ਘਰਾਂ ਦੇ ਪ੍ਰਬੰਧ ਨੂੰ ਧਾਰਮਿਕ ਸੇਵਾ ਲਈ ਛੱਡ ਦੇਣ। ਹੋਰ ਸਮਾਜਿਕ ਆਗੂਆਂ ਤੇ ਅਮੀਰ ਸਿੱਖਾਂ ਨੂੰ ਵੀ ਪ੍ਰਬੰਧ ਸੰਭਾਲਣ ਲਈ ਉਤਸ਼ਾਹਿਤ ਕਰਨ ਤੇ ਸਿੱਖਾਂ ਦੇ ਹੋਰ ਵੀ ਸਮਾਜਿਕ ਅਦਾਰੇ ਸਥਾਪਿਤ ਕਰਕੇ ਉੱਥੇ ਆਪਣੀ ਯੋਗਤਾ ਤੇ ਮੁਹਾਰਤ ਦਾ ਪ੍ਰਦਰਸ਼ਨ ਕਰਨ। ਇਸ ਤਰ੍ਹਾਂ ਕਰਦਿਆਂ ਅਸੀਂ ਹੋਰ ਅੱਗੇ ਵਧ ਸਕਾਂਗੇ। ਪ੍ਰਵਾਸੀ ਖਾਲਿਸਤਾਨੀਆਂ ਬਾਰੇ ਆਮ ਪ੍ਰਭਾਵ ਕੀ ਹੈ? ਲਿਬਰੇਸ਼ਨ ਖਾਲਿਸਤਾਨ, ਸਾਲ ਪਹਿਲਾ, ਨੰਬਰ 4, ਮਈ 1992। ਖਾਲਿਸਤਾਨ ਡੇ, 29 ਅਪ੍ਰੈਲ ਤੇ ਸੰਦੇਸ਼। ਪ੍ਰਵਾਸੀ ਖਾਲਿਸਤਾਨੀ ਵੀਰੋ, ਤੁਹਾਡਾ ਖਾਲਿਸਤਾਨੀ ਹੋਣਾ ਸਿਧਾਂਤ ਤੇ ਓਨਾ ਚਿਰ ਪੂਰਾ ਨਹੀਂ ਉਤਰਦਾ ਜਿੰਨਾ ਚਿਰ ਤੁਸੀਂ ਕਹਿਣੀ ਤੇ ਕਰਨੀ ਵਿੱਚ ਉਸ ਲਹਿਰ ਮੁਤਾਬਕ ਆਪਣੇ ਆਪ ਨੂੰ ਨਹੀਂ ਢਾਲਦੇ। ਤੁਹਾਡੇ ਮਾਡਲ ਨੂੰ ਦੇਖ ਕੇ ਆਮ ਸਿੱਖ ਪ੍ਰਭਾਵਿਤ ਨਹੀਂ ਹੋ ਰਿਹਾ, ਸਗੋਂ ਨਿਰਉਤਸ਼ਾਹਿਤ ਹੋ ਰਿਹਾ। ਤੁਸੀਂ ਪੂਰੇ ਇਮਾਨਦਾਰ ਹੋ, ਇਸ ਵਿੱਚ ਮੈਨੂੰ ਕੋਈ ਸ਼ੱਕ ਨਹੀਂ ਹੈ, ਪਰ ਤੁਸੀਂ ਮਿਸਾਲ ਨਹੀਂ ਬਣ ਸਕੇ, ਇਹ ਹਕੀਕਤ ਹੈ। ਤੁਹਾਡੇ ਨਕਸ਼ੇ ਕਦਮਾਂ ਤੇ ਹੋਰਨਾਂ ਲੋਕਾਂ ਨੇ ਤੁਰਨਾ ਅਤੇ ਤੁਰ ਵੀ ਰਹੇ ਨੇ। ਤਾਈਓ ਜੋ ਹਰਕਤ ਵਿਦੇਸ਼ਾਂ ਵਿੱਚ ਹੋਣੀ ਚਾਹੀਦੀ ਸੀ, ਹੋਈ ਨਹੀਂ। ਨਿਰਾਸ਼ਤਾ ਵਾਲੀ ਕੋਈ ਗੱਲ ਨਹੀਂ ਹੈ। ਲਹਿਰ ਦੇ ਮੁੱਢਲੇ ਦੌਰ ਵਿੱਚ ਏਦਾਂ ਦੇ ਹੀ ਵਿਚਾਰ ਹੁੰਦੇ ਨੇ ਅਤੇ ਏਦਾਂ ਦੀ ਪ੍ਰੈਕਟਿਸ। ਹੌਲੀ-ਹੌਲੀ ਲਹਿਰ ਸਿਆਣੀ ਹੁੰਦੀ ਹੈ, ਵਿਚਾਰ ਪਰਪੱਕ ਹੁੰਦੇ ਨੇ ਤੇ ਕਮਜ਼ੋਰੀਆਂ ਦੂਰ ਹੁੰਦੀਆਂ ਨੇ। ਸੋ ਆਓ ਆਪਣੀਆਂ ਕਮਜ਼ੋਰੀਆਂ ਤੇ ਕਾਬੂ ਪਾਈਏ ਅਤੇ ਖੁਦ ਨੂੰ ਖਾਲਿਸਤਾਨੀ ਮਾਡਲ ਬਣਾ ਕੇ ਹੋਰਨਾਂ ਲਈ ਮਿਸਾਲ ਪੇਸ਼ ਕਰਨ ਦੀ ਕੋਸ਼ਿਸ਼ ਕਰੀਏ। ਇਹੋ ਹੀ ਖਾਲਿਸਤਾਨ ਡੇ ਦਾ ਸੰਦੇਸ਼ ਹੈ। ਬ੍ਰਾਹਮਣਵਾਦ ਤੇ ਸਿੱਖ ਧਰਮ। ਸਾਬਕਾ ਮਾਰਕਸੀ ਵਿਦਵਾਨ ਦੋਸਾਂਝ ਨੇ 24 ਜੁਲਾਈ 1994 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਇੱਕ ਲੇਖ ਲਿਖਿਆ ਸੀ। ਉਸ ਵੇਲੇ ਰਾਜਸੀ ਖੇਤਰ ਵਿੱਚ ਵੱਖ-ਵੱਖ ਅਕਾਲੀ ਧੜਿਆਂ ਦੀ ਏਕਤਾ ਦਾ ਮੁੱਦਾ ਛਾਇਆ ਹੋਇਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਜ਼ੋਰ ਦੇਣ ਤੇ ਸਾਰੇ ਅਕਾਲੀ ਧੜਿਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਬਾਕੀ ਸਾਰਿਆਂ ਨੇ ਕਬੂਲ ਕਰ ਲਿਆ ਸੀ। ਉਸ ਵੇਲੇ ਦੋਸਾਂਝ ਨੇ ਪ੍ਰਕਾਸ਼ ਸਿੰਘ ਬਾਦਲ ਦੀ ਖੁੱਲ੍ਹ ਕੇ ਹਮਾਇਤ ਕਰਦਿਆਂ ਪ੍ਰੋਫੈਸਰ ਮਨਜੀਤ ਸਿੰਘ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ। ਭਾਈ ਜਸਵੰਤ ਸਿੰਘ ਨੇ ਦੋਸਾਂਝ ਦੇ ਲੇਖ ਦੇ ਜਵਾਬ ਵਿੱਚ 27 ਜੁਲਾਈ 1994 ਨੂੰ ਸੰਪਾਦਕ ਦੇ ਨਾਂ ਚਿੱਠੀਆਂ ਵਾਲੇ ਕਾਲਮ ਵਿੱਚ ਹੇਠ ਲਿਖੀ ਸੰਖੇਪ ਟਿੱਪਣੀ ਕੀਤੀ ਸੀ। ਇਸ ਕਰਕੇ ਇਸ ਨੂੰ ਉਪਰੋਕਤ ਪ੍ਰਸੰਗ ਵਿੱਚ ਰੱਖ ਕੇ ਦੇਖਿਆ ਜਾਣਾ ਚਾਹੀਦਾ ਹੈ। 24 ਜੁਲਾਈ ਦੇ ਅੰਕ ਵਿੱਚ ਡਾਕਟਰ ਦੋਸਾਂਝ ਦਾ ਲੇਖ ਬ੍ਰਾਹਮਣਵਾਦ ਵਿਰੁੱਧ ਸ਼ਬਦ ਗੁਰੂ ਚੇਤਨਾ ਲਹਿਰ ਦੀ ਲੋੜ ਪੜ੍ਹਿਆ। ਪੰਜਾਬ ਅੰਦਰ ਮਾਰਕਸੀ ਫਲਸਫੇ ਦੇ ਪ੍ਰਭਾਵ ਹੇਠ ਪੈਦਾ ਹੋਏ ਕੁਝ ਅਖੌਤੀ ਪ੍ਰਗਤੀਵਾਦੀ ਲੇਖਕਾਂ ਨੇ ਬੀਤੇ ਵਿੱਚ ਸਿੱਖ ਧਰਮ ਦੀਆਂ ਵਿਆਖਿਆਵਾਂ ਇੱਕ ਪਦਾਰਥਵਾਦੀ ਫਲਸਫੇ ਦੇ ਰੂਪ ਵਿੱਚ ਦੇ ਕੇ ਪਾਠਕਾਂ ਅੰਦਰ ਇਹ ਧਾਰਨਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਧਰਮ ਵੈਦਿਕ ਧਰਮ ਦਾ ਇੱਕ ਨਿਖੇਧ ਮਾਤਰ ਹੀ ਹੈ। ਸਿੱਖ ਧਰਮ ਕਿਸੇ ਧਰਮ ਦਾ ਨਿਖੇਧ ਨਹੀਂ, ਸਗੋਂ ਦੁਨੀਆ ਤੇ ਪ੍ਰਚਲਿਤ ਵੱਖ-ਵੱਖ ਧਾਰਮਿਕ ਪਰੰਪਰਾਵਾਂ ਦਾ ਇੱਕ ਸੰਵਾਦ ਹੈ। ਇਸ ਲਈ ਇਸ ਨੂੰ ਜਟਕੇ ਤੌਰ ਤੇ ਕਿਸੇ ਧਰਮ ਦਾ ਵਿਰੋਧੀ ਕਹਿ ਕੇ ਅੱਗੋਂ ਆਪਣਾ ਥੀਸਿਸ ਪੇਸ਼ ਕਰਨ ਦੀ ਗੱਲ ਚੰਗੀ ਨਹੀਂ ਹੈ। ਗਿਲਾ ਕੀਤਾ ਗਿਆ ਹੈ ਕਿ ਸਿੱਖ ਪ੍ਰਚਾਰਕਾਂ ਵੱਲੋਂ ਬਾਣੇ ਅਤੇ ਸਰੂਪ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦਾਅਵਾ ਕੀਤਾ ਗਿਆ ਹੈ ਕਿ ਸ਼ਬਦ ਗੁਰੂ ਚੇਤਨਾ ਦੇ ਹੁੰਦਿਆਂ ਇਸ ਤੇ ਜ਼ੋਰ ਦੇਣ ਦੀ ਲੋੜ ਨਹੀਂ ਹੈ। ਇਤਰਾਜ਼ ਕੀਤਾ ਗਿਆ ਹੈ ਕਿ ਗੁਰਦੁਆਰੇ ਭਾਈਆਂ ਤੇ ਪੁਜਾਰੀਆਂ ਨਾਲ ਭਰ ਗਏ ਨੇ। ਇਹ ਗੱਲਾਂ ਕਰਨ ਵਾਲੇ ਲੇਖਕ ਸੱਜਣ ਧਰਮ ਬਾਰੇ ਤੇ ਉਹ ਵੀ ਸਿੱਖ ਧਰਮ ਬਾਰੇ ਗੂੜ ਗਿਆਨੀ ਹੋਣ ਦਾ ਦਾਅਵਾ ਵੀ ਕਰਦੇ ਨੇ। ਬਾਣੀ ਤੇ ਬਾਣੇ ਦਾ ਆਪਸੀ ਸੰਬੰਧ ਕਿਸੇ ਦੇ ਜ਼ੋਰ ਦੇਣ ਦੀ ਮੰਗ ਨਹੀਂ ਕਰਦਾ। ਮਨੋਵਿਗਿਆਨ ਦੱਸਦਾ ਹੈ ਕਿ ਮਨੁੱਖ ਦੇ ਅੰਦਰ ਜੋ ਵਿਚਾਰ ਬਣ ਜਾਂਦੇ ਨੇ ਉਸ ਦਾ ਵਿਹਾਰ ਉਹਨਾਂ ਮੁਤਾਬਕ ਹੋ ਜਾਂਦਾ ਹੈ
ਤੇ ਉਸ ਦਾ ਚਿਹਰਾ, ਮੋਹਰਾ ਤੇ ਸਰੀਰ ਦੀ ਬਾਹਰੀ ਦਿੱਖ ਵੀ ਵਿਚਾਰ ਤੇ ਵਿਹਾਰ ਦੇ ਮੁਤਾਬਕ ਢਲ ਜਾਂਦੀ ਹੈ। ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਵਿਚਾਰਾਂ ਦੀ ਜੇ ਅਸੀਂ ਆਤਮ ਘੋਖ ਕਰ ਲੈਂਦੇ ਹਾਂ ਤਾਂ ਸਾਡੇ ਵਿਹਾਰ ਵਿੱਚ ਆਪਣੇ ਆਪ ਇੱਕ ਵਿਸ਼ੇਸ਼ ਮੋੜ ਆ ਜਾਂਦਾ ਹੈ ਤੇ ਫਿਰ ਅਸੀਂ ਉਸ ਸਰੂਪ ਤੇ ਬਾਣੇ ਨੂੰ ਖੁਦ ਬਖੁਦ ਅਪਣਾ ਲੈਂਦੇ ਹਾਂ ਜੋ ਬਾਣੀ ਦੇ ਵਿੱਚੋਂ ਪੈਦਾ ਹੋਇਆ। ਉਹ ਜੀਵ ਜੋ ਵਿਚਾਰਧਾਰਕ ਜੀਵ ਹੁੰਦੇ ਨੇ ਪਹਿਲਾਂ ਬਾਣੀ ਵੱਲ ਖਿੱਚੇ ਜਾਂਦੇ ਨੇ, ਫਿਰ ਆਪਣੇ ਬਾਣੇ ਨੂੰ ਅਪਣਾ ਲੈਂਦੇ ਨੇ। ਪਰ ਬਹੁ ਗਿਣਤੀ ਜੀਵ ਪਦਾਰਥਵਾਦੀ ਪ੍ਰਭਾਵਾਂ ਹੇਠ ਕਰਮਾਂ ਨਾਲ ਬੱਝਦੇ ਨੇ। ਦੋਸਾਂਝ ਸਾਹਿਬ ਜੋ ਕਹਿਣਾ ਚਾਹੁੰਦੇ ਨੇ ਉਸ ਨੂੰ ਸਿੱਖੀ ਸਿਧਾਂਤ ਬਣਾ ਕੇ ਪੇਸ਼ ਕਰਨਾ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੈ। ਉਹਨਾਂ ਦਾ ਵਿਸ਼ਾ ਤਾਂ ਅਕਾਲੀ ਦਲ ਦੀ ਇੱਕ ਧਿਰ ਦੀ ਵਕਾਲਤ ਕਰਦਿਆਂ ਦੂਜੇ ਨੂੰ ਠਿੱਠ ਕਰਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਮਜਬੂਰੀ, ਠਿੱਠ ਕਰਨ ਅਤੇ ਡਰ ਦੀ ਭਾਵਨਾ ਬਾਣੀ ਦੇ ਥੋੜੇ ਬਹੁਤੇ ਜਾਣਕਾਰ ਦੇ ਨੇੜੇ ਨਹੀਂ ਆਉਣੀ ਚਾਹੀਦੀ। ਉਸਨੇ ਵਿਰੋਧੀ ਦੇ ਕਈ ਪੱਖਾਂ ਤੇ ਉਂਗਲ ਧਰੀ ਹੈ, ਪਰ ਦੁੱਖ ਹੈ ਕਿ ਇੱਕ ਪਾਸੜ ਧਾਰਨਾਵਾਂ ਪੇਸ਼ ਕਰਦਿਆਂ ਗੁਰਬਾਣੀ ਦਾ ਸਹਾਰਾ ਲਿਆ ਗਿਆ, ਖਾਲਿਸਤਾਨ ਦੇ ਟੀਚੇ ਨੂੰ ਵੀ ਛੋਹਿਆ ਗਿਆ ਤੇ ਹਲੇਮੀ ਰਾਜ ਦਾ ਸੰਕਲਪ ਵੀ ਪੇਸ਼ ਕੀਤਾ ਗਿਆ। ਦੁਨਿਆਵੀ ਪੱਖਾਂ ਤੋਂ ਸ਼ੁਰੂ ਕੀਤਾ ਲੇਖ ਦੁਨਿਆਵੀ ਤਖਤਾਂ ਦੀ ਪ੍ਰਾਪਤੀ ਦੀ ਲਾਲਸਾ ਤੋਂ ਮੁਕਤ ਕਰਕੇ ਅਧਿਆਤਮਵਾਦੀ ਨਿਸ਼ਾਨੇ ਤੱਕ ਸੀਮਤ ਕਰ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਵੱਲੋਂ ਸੰਗਤ ਨੂੰ ਉੱਚਤਮ ਰੁਤਬਾ ਦੇਣ ਦਾ ਹਵਾਲਾ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਦੀ ਆਲੋਚਨਾ ਕੀਤੀ ਗਈ ਹੈ, ਜਿਸ ਨੇ ਪ੍ਰਕਾਸ਼ ਸਿੰਘ ਬਾਦਲ ਦਾ ਮਾਮਲਾ ਸੰਗਤ ਉੱਪਰ ਛੱਡ ਦਿੱਤਾ ਹੈ। ਗੁਰਦੁਆਰਿਆਂ ਵਿੱਚ ਬਲਾਤਕਾਰਾਂ ਦਾ ਵਰਣਨ ਕਰਦਿਆਂ ਇਹ ਇਤਰਾਜ਼ ਕੀ ਅਰਥ ਰੱਖਦਾ ਹੈ ਕਿ ਬਾਣੇ ਤੇ ਜ਼ੋਰ ਦਿੱਤਾ ਜਾ ਰਿਹਾ ਹੈ? ਸਮਝ ਨਹੀਂ ਆਈ। ਦੋਸਾਂਝ ਸਾਹਿਬ ਜੋ ਇੱਕ ਮਾਰਕਸੀ ਪਿਛੋਕੜ ਵਾਲੇ ਸਿਆਸੀ ਟਿੱਪਣੀਕਾਰ ਦੇ ਤੌਰ ਤੇ ਜਾਣੇ ਜਾਂਦੇ ਨੇ, ਕਹਿਣਾ ਕੀ ਚਾਹੁੰਦੇ ਨੇ? ਬਾਣੀ ਬਾਰੇ ਲਗਨ ਦਾ ਦਾਅਵਾ ਕਰਨ ਵਾਲੇ ਲੇਖਕ ਤੋਂ ਅਜਿਹੀ ਲਿਖਤ ਦੀ ਆਸ ਨਹੀਂ ਕੀਤੀ ਜਾ ਸਕਦੀ। ਕਿਸੇ ਉੱਤੇ ਤੋਹਮਤ ਲਾਉਣ ਲਈ ਕਲਮ ਦੀ ਵਰਤੋਂ ਕਰਨੀ ਵੀ ਸਿੱਖ ਧਰਮ ਦੀ ਸ਼ਾਨ ਦੇ ਖਿਲਾਫ ਹੈ। ਬਾਕੀ ਜੇ ਜਥੇਦਾਰ ਬੇਈਮਾਨ ਹੈ, ਗੁਰਦੁਆਰੇ ਕੁਕਰਮਾਂ ਦੇ ਅੱਡੇ ਨੇ, ਅਕਾਲ ਤਖਤ ਸਰਵਉੱਚ ਨਹੀਂ ਹੈ, ਸਰੂਪ ਤੇ ਬਾਣੀ ਦੀ ਕੋਈ ਮਹੱਤਤਾ ਨਹੀਂ ਹੈ, ਤਾਂ ਵਿਸ਼ਵ ਸਿੱਖ ਸੰਮੇਲਨ ਵਿਚਲੇ ਸਨਮਾਨ ਬਾਰੇ ਕਿੰਤੂ ਪ੍ਰੰਤੂ ਦੀ ਕੀ ਲੋੜ? ਫਿਰ ਸਨਮਾਨ ਵੀ ਤਾਂ ਉਹਨਾਂ ਲੋਕਾਂ ਦਾ ਹੀ ਹੋਵੇਗਾ ਜਿਨ੍ਹਾਂ ਨੂੰ ਉਹ ਗਲਤ ਮੰਨਦੇ ਨੇ। ਸਿੱਖ ਭਾਈ ਲਾਲੋ ਜੀ ਦਾ, ਭਾਈ ਗੁਰਦਾਸ ਜੀ ਦਾ, ਭਾਈ ਨੰਦ ਲਾਲ ਜੀ ਦਾ, ਭਾਈ ਕਨ੍ਹਈਏ ਜੀ ਦਾ, ਅਕਾਲੀ ਫੂਲਾ ਸਿੰਘ ਜੀ ਦਾ ਸਨਮਾਨ ਕਰ ਚੁੱਕੇ ਨੇ। ਇਸੇ ਕਰਕੇ ਕਿਉਂਕਿ ਉਹਨਾਂ ਦੇ ਵਿਚਾਰ, ਵਿਹਾਰ ਤੇ ਸਰੂਪ ਵਿੱਚ ਮਹਾਨਤਾ ਸੀ। ਉਹ ਕਰਦੇ ਰਹਿਣਗੇ ਜੇ ਹੋਰ ਲੋਕ ਵੀ ਅਜਿਹੀਆਂ ਮਿਸਾਲਾਂ ਬਣਨਗੇ। ਸਿੱਖ ਮਸਲੇ ਬਾਰੇ ਅੱਡ-ਅੱਡ ਦ੍ਰਿਸ਼ਟੀਕੋਣ। ਜਸਵੰਤ ਸਿੰਘ ਖਾਲੜਾ ਨੇ ਹੇਠ ਲਿਖੀ ਸੰਖੇਪ ਟਿੱਪਣੀ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਪੰਜਾਬ ਮਸਲੇ ਉੱਪਰ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖੇ ਗਏ ਲੇਖਾਂ ਦੇ ਜਵਾਬ ਵਿੱਚ ਕੀਤੀ ਸੀ, ਜਿਹੜੀ 2 ਜੁਲਾਈ 1990 ਦੇ ਅੰਕ ਵਿੱਚ ਛਪੀ ਸੀ। ਪੰਜਾਬੀ ਟ੍ਰਿਬਿਊਨ ਵਿੱਚ ਛਪ ਰਹੇ ਲੇਖਾਂ ਵਿੱਚ ਇੱਕੋ ਮਸਲੇ ਨੂੰ 2 ਵੱਖਰੇ ਦ੍ਰਿਸ਼ਟੀਕੋਣਾਂ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅਕਾਲੀ ਝੁਕਾਅ ਵਾਲੇ ਲੇਖਕ ਇਸ ਨੂੰ ਨਿਰੋਲ ਸਿੱਖ ਮਸਲਾ ਬਣਾਈ ਬੈਠੇ ਨੇ ਅਤੇ ਖੱਬੇ ਪੱਖੀ ਲੇਖਕ ਇਸ ਨੂੰ ਪੰਜਾਬੀ ਸੂਬੇ ਦਾ ਮਸਲਾ ਦੱਸ ਰਹੇ ਨੇ। ਪਰ ਇਸ ਮਸਲੇ ਦੇ ਤੀਜੇ ਪਹਿਲੂ ਪੰਜਾਬ ਅਤੇ ਸਿੱਖ ਭਾਈਚਾਰੇ ਉੱਪਰ ਬਹੁਤ ਘੱਟ ਲੇਖਕਾਂ ਨੇ ਦਲੀਲਾਂ ਪੇਸ਼ ਕੀਤੀਆਂ ਨੇ। ਭਾਰਤ ਅੰਦਰ ਪਾਰਲੀਮਾਨੀ ਜਮਹੂਰੀਅਤ ਦੀ ਸ਼ੁਰੂਆਤ ਕਰਨ ਵਿੱਚ ਕਾਂਗਰਸ ਪਾਰਟੀ ਦਾ ਪ੍ਰਮੁੱਖ ਰੋਲ ਰਿਹਾ। ਸਮੁੱਚੇ ਭਾਰਤ ਦੇ ਲੋਕਾਂ ਨੂੰ ਇੱਕ ਵਿਸ਼ਾਲ ਰਾਜਸੀ ਪਾਰਟੀ ਵਿੱਚ ਪਰੋਣ ਲਈ ਕਾਂਗਰਸੀ ਆਗੂਆਂ ਨੇ ਧਰਮ ਤੇ ਰਾਜਨੀਤੀ ਨੂੰ ਮਿਲਾਇਆ। ਮਹਾਤਮਾ ਗਾਂਧੀ ਵੱਲੋਂ ਜਨਤਕ ਤੌਰ ਤੇ ਰਘੂਪਤੀ ਰਾਘਵ ਰਾਜਾ ਰਾਮ ਦੇ ਉਚਾਰਨ ਕਰਵਾਏ ਗਏ। ਬੰਦੇ ਮਾਤਰਮ ਨੂੰ ਕੌਮੀ ਤਰਾਨੇ ਦਾ ਦਰਜਾ ਦਿੱਤਾ ਗਿਆ। ਨਤੀਜਾ ਮੁਸਲਿਮ ਲੀਗ ਦੀ ਉਤਪਤੀ ਤੇ ਖਾਲਸਾ ਰਾਜ ਦੇ ਵਿਚਾਰ ਵਿੱਚ ਨਿਕਲਿਆ। ਭਾਰਤੀ ਸੰਵਿਧਾਨ ਘਾੜਿਆਂ ਉੱਪਰ ਇਸ ਰਾਜਨੀਤੀ ਦਾ ਪੂਰਾ ਅਸਰ ਰਿਹਾ। ਬਿਨਾਂ ਸ਼ੱਕ ਅਕਾਲੀ ਸਿਆਸਤ ਧਰਮ ਤੇ ਆਧਾਰਿਤ ਸਿਆਸਤ ਹੈ, ਪਰ ਇਸ ਨੂੰ ਬਲ ਬਖਸ਼ਿਆ ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਬਣਾਉਣ ਤੋਂ ਇਨਕਾਰ ਕਰਕੇ ਕਾਂਗਰਸੀ ਆਗੂਆਂ ਨੇ। ਤੇ ਇੰਜ ਸ਼ੁਰੂ ਹੋਇਆ ਇਹ ਮਸਲਾ
ਜਿਸ ਨੂੰ ਦਿੱਲੀ ਦਰਬਾਰ ਨੇ ਸ਼ੁਰੂ ਤੋਂ ਹੀ ਸਿੱਖ ਮਸਲੇ ਦੇ ਰੂਪ ਵਿੱਚ ਲਿਆ ਅਤੇ ਕਾਂਗਰਸ ਸਮੇਤ ਸਾਰੀਆਂ ਕੌਮੀ ਪਾਰਟੀਆਂ ਸਮੇਤ ਕਮਿਊਨਿਸਟ ਪਾਰਟੀਆਂ ਇਸੇ ਧਾਰਨਾ ਤਹਿਤ ਪੰਜਾਬੀ ਸੂਬੇ ਦੀ ਮੰਗ ਤੋਂ ਦੂਰ ਰਹੀਆਂ। ਇਸ ਤਰ੍ਹਾਂ ਪੰਜਾਬ ਨਾਲ ਵਿਤਕਰਿਆਂ ਦੀ ਬੁਨਿਆਦ ਇਸ ਨੂੰ ਅਪਣਾਉਣ ਵਾਲੇ ਇੱਕੋ ਇੱਕ ਭਾਈਚਾਰੇ ਸਿੱਖਾਂ ਨਾਲ ਜੁੜਨੀ ਕੁਦਰਤੀ ਸੀ। ਅਕਾਲੀ ਰਾਜਨੀਤੀ ਵਿੱਚੋਂ ਗਰਮ ਧੜਿਆਂ ਨੇ ਲਗਾਤਾਰ ਇਸ ਨੂੰ ਨਿਰੋਲ ਸਿੱਖ ਮਸਲਾ ਕਰਾਰ ਦਿੱਤਾ, ਪਰ 1978-84 ਤੋਂ ਪਹਿਲਾਂ ਸਿੱਖਾਂ ਨੇ ਇਸ ਨੂੰ ਪ੍ਰਵਾਨ ਨਾ ਕੀਤਾ। ਪਰ ਮੌਜੂਦਾ ਘਟਨਾਵਾਂ ਨੇ ਇਹ ਮਸਲਾ ਸਿੱਖ ਮਸਲਾ ਬਣਾ ਦਿੱਤਾ। ਪੁਲਾਂ ਦੇ ਹੇਠੋਂ ਬਹੁਤ ਪਾਣੀ ਲੰਘ ਚੁੱਕਿਆ। ਹੁਣ ਇਸ ਨੂੰ ਉਵੇਂ ਨਹੀਂ ਵੇਖਿਆ ਜਾ ਸਕਦਾ ਜਿਵੇਂ ਇਹ ਮੁੱਢ ਵਿੱਚ ਸੀ। ਇਸ ਲਈ ਲੇਖਕਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਨੇ। ਜੇ ਪੰਜਾਬ ਨੂੰ ਨਵੀਂ ਆਟੋਨਮੀ ਭਾਵ ਖੁਦਮੁਖਤਿਆਰੀ ਮਿਲ ਜਾਵੇ ਤਾਂ ਧਰਮ ਨਿਰਪੱਖਤਾ ਨੂੰ ਕੋਈ ਖਤਰਾ ਨਹੀਂ ਹੋਣ ਲੱਗਾ। ਘਬਰਾਉਣ ਦੀ ਵੀ ਲੋੜ ਨਹੀਂ। ਜੇ ਸਾਡੀ ਧਰਮ ਨਿਰਪੱਖ ਰਾਜਨੀਤੀ ਲੋਕਾਂ ਦੇ ਵਿਕਾਸ ਲਈ ਜ਼ਰੂਰੀ ਹੋਈ ਤਾਂ ਉਹ ਦੇਰ ਸਵੇਰ ਇਸ ਨੂੰ ਜ਼ਰੂਰ ਅਪਣਾਉਣਗੇ। ਇਸ ਦੀ ਰਾਖੀ ਲਈ ਸੁਰੱਖਿਆ ਬਲਾਂ ਦੀ ਲੋੜ ਨਹੀਂ।